ਸਵਾਗਤ ਹੈ ਤੁਹਾਡਾ ਕ੍ਰੀਏਟਿਵ ਮਾਈਂਡ YouTube ਚੈਨਲ ਦੇ ਉੱਤੇ। ਮੈਰੀਟੋਰੀਅਸ ਸਕੂਲ ਦੀ ਪ੍ਰੈਪਰੇਸ਼ਨ ਦੀ ਆਪਾਂ ਇੱਕ ਸੀਰੀਜ਼ ਲੈ ਕੇ ਆ ਰਹੇ ਸੀ ਤੇ ਉਸ ਨੂੰ ਕੰਟੀਨਿਊ ਕਰਦੇ ਹੋਏ ਆਪਾਂ 8th ਚੈਪਟਰ ਦਾ ਪਾਰਟ ਨੰਬਰ 2 ਲੈ ਕੇ ਆ ਰਹੇ ਹਾਂ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਕਿ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਅਪਲੋਡ ਕਰੂੰਗਾ ਤਾਂ ਤੁਹਾਨੂੰ ਮਿਲ ਜਾਵੇ ਉਸ ਦਾ ਨੋਟੀਫਿਕੇਸ਼ਨ। ਤਾਂ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ। ਦੇਖੋ 8th ਚੈਪਟਰ ਦਾ ਆਪਾਂ ਪਹਿਲਾਂ फस्ट पार्ट कर लिया सी एंड वो अंदर काफ़ी ज़्यादा क्वेश्चन सॉल्व किए सी एंड इसका जो सैकेंड पार्ट है उसमें मैं लैके आ रहा मैं तुहाडे तक कि इस दे विच काफ़ी ज़्यादा सम सॉल्व करांगे। नाल दी नाल इस दे विच मैं की कीता होया जब कोई सम सॉल्व करांगा तो उस दे विच 3 या 4 सम मैं दिते होया प्रैक्टिस करन दे लई उसनूं तुसीं अपनी नोटबुक के उपर सॉल्व करना एंड सॉल्व करन तो बाद जो अपना टैलीग्राम ग्रुप आ उसका तुहानूं लिंक डिस्क्रिप्शन दे विच मिल जूगा उस दे उपर सेंड करना। ਤਾਂ ਜਿਹੜੇ ਵੀ ਬੱਚੇ ਇਸ ਨੂੰ ਦੇਖਣਗੇ ਵੀਡੀਓ ਨੂੰ ਦੇਖਣਗੇ ਉਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਕੁਐਸਚਨ ਦਿੱਤੇ ਗਏ ਹੋਣਗੇ ਉਸ ਨੂੰ ਸੋਲਵ ਜ਼ਰੂਰ ਕਰਨ ਐਂਡ ਕਮੈਂਟ ਬਾਕਸ ਦੇ ਵਿੱਚ ਜਾ ਕੇ ਟਾਈਪ ਵੀ ਜ਼ਰੂਰ ਕਰਨ ਜੋ ਵੀ ਆਨਸਰ ਇਸ ਦੇ ਹੋਣਗੇ। ਤੇ ਬਾਕੀ ਮੈਰੀਟੋਰੀਅਸ ਦਾ ਜਿਹੜੇ ਐਗਜ਼ਾਮ ਬਾਰੇ ਬੱਚਿਆਂ ਦੇ ਡਾਊਟ ਨੇ ਹੋਣਗੇ ਜਾਂ ਨਹੀਂ ਹੋਣਗੇ ਤਾਂ ਐਗਜ਼ਾਮ ਤਾਂ ਇਸ ਵਾਰ ਪੱਕਾ ਹੀ ਹੋਵੇਗਾ ਤਾਂ ਪੱਕਾ ਹੈ। ਬਾਕੀ ਕਦੋਂ ਹੋਊਗਾ ਇਸ ਦੀ ਡੇਟ ਅਜੇ ਫਿਕਸ ਨਹੀਂ ਕਿਉਂਕਿ ਅਜੇ ਉਹਨਾਂ ਨੇ ਰਜਿਸਟ੍ਰੇਸ਼ਨ ਦੀ ਡੇਟ ਐਕਸਟੈਂਡ ਕਰਨ ਦੇ ਲਈ ਇੱਕ ਰਿਕੁਐਸਟ ਦਿੱਤੀ ਸੀ ਜਿਸ ਦੀ ਆਪਣੇ ਕੋਲੇ PDF ਮਿਲੀ ਸੀ ਤੇ ਉਹਦੇ ਬਾਰੇ ਆਪਾਂ ਡਿਸਕਸ ਗਰੁੱਪ ਦੇ ਵਿੱਚ ਕਰ ਲਿਆ ਸੀ। ਤਾਂ ਆਪਾਂ ਦੇਖਦੇ ਹਾਂ ਫਸਟ ਕੁਐਸਚਨ ਇਸ ਦਾ ਦੀ ਵੈਲਿਊ ਆਫ ਅ cos 0 ਡਿਗਰੀ cos 1 ਡਿਗਰੀ 2 ਡਿਗਰੀ 3 ਡਿਗਰੀ ਐਂਡ ਅਪ ਟੂ 90 ਡਿਗਰੀ ਦੀ ਵੈਲਿਊ ਕੀ ਹੋਊਗੀ। ਦੇਖੋ ਆਪਣੇ ਕੋਲੇ ਉਹਨਾਂ ਨੇ ਦਿੱਤਾ ਹੋਇਆ ਇੱਥੇ cos 0 ਡਿਗਰੀ cos 1 ਡਿਗਰੀ ਇਹ ਡਾਟ ਦਾ ਮਤਲਬ ਮਲਟੀਪਲਾਈ ਆ ਠੀਕ ਹੈ ਤਾਂ ਯਾਦ ਰੱਖਿਓ ਦਾ ਮਤਲਬ ਮਲਟੀਪਲਾਈ ਹੁੰਦਾ ਤਾਂ ਮੈਂ ਸਿੰਪਲੀ ਇੱਥੇ ਮਲਟੀਪਲਾਈ ਵੀ ਲਿਖ ਸਕਦਾ cos 2 ਡਿਗਰੀ ਐਂਡ ਅਪ ਟੂ cos 90 डिग्री। ਹੁਣ ਇਹਦੀ ਵੈਲਿਊ ਕੈਲਕੂਲੇਟ ਕਰਨ ਵਾਸਤੇ ਕਿਹਾ ਉਹਨਾਂ ਨੇ ਇਹਦੀ ਵੈਲਿਊ ਕਿੰਨੀ ਹੋਊਗੀ ਤਾਂ ਧਿਆਨ ਨਾਲ ਦੇਖੋ ਜੇਕਰ ਮੈਂ cos 0 ਦੀ ਵੈਲਿਊ ਦੇਖਾਂ ਤਾਂ ਮੇਰੇ ਕੋਲੇ 1 ਹੁੰਦੀ ਆ ਐਂਡ ਜੇਕਰ ਮੈਂ cos 90 ਦੀ ਵੈਲਿਊ ਦੇਖਾਂ ਤਾਂ ਮੇਰੇ ਕੋਲੇ 0 ਹੁੰਦੀ ਆ। ਹੁਣ ਮਲਟੀਪਲਾਈ ਦੇ ਵਿੱਚ ਇੱਥੇ ਕੋਈ ਵੀ ਨੰਬਰ ਆ ਜੇ ਬਾਕੀ cos 1 ਦੀ ਵੈਲਿਊ ਜਿਹੜੀ ਮਰਜ਼ੀ ਆ ਜੇ cos 2 ਦੀ ਵੈਲਿਊ ਜੋ ਮਰਜ਼ੀ ਆ ਜੇ ਇੱਥੇ cos 89 ਹੋਊਗਾ ਉਹਦੀ ਵੈਲਿਊ ਜੋ ਮਰਜ਼ੀ ਆ ਜੇ पर ਆਪਾਂ ਨੂੰ ਪਤਾ ਕਿ ਮਲਟੀਪਲਾਈ ਦੇ ਵਿੱਚ ਜੇ ਆਪਣੇ ਕੋਲੇ ਇੱਕ ਵੀ ਨੰਬਰ 0 ਆ ਗਿਆ ਦੇਖੋ ਇੱਥੇ ਆਪਣੇ ਕੋਲੇ 0 ਆ ਤਾਂ ਮਲਟੀਪਲਾਈ ਦੇ ਵਿੱਚ ਜੇਕਰ ਕੋਈ ਇੱਕ ਵੀ ਨੰਬਰ 0 ਆ ਗਿਆ ਤਾਂ ਸਾਰੇ ਦੀ ਸਾਰੀ ਮਲਟੀਪਲੀਕੇਸ਼ਨ ਦਾ ਆਨਸਰ ਆਪਣੇ ਕੋਲੇ 0 ਹੀ ਹੁੰਦਾ ਤੇ ਇਹ ਚੀਜ਼ ਨੂੰ ਯਾਦ ਰੱਖਿਓ। ਤਾਂ ਇਹਦਾ ਮਤਲਬ ਆਨਸਰ ਆਪਣੇ ਕੋਲੇ C ਆਊਗਾ ਤਾਂ C ਇਜ਼ ਦੀ ਕਰੈਕਟ ਆਨਸਰ। ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਸਮ ਇੱਥੇ ਦਿੰਨਾ ਜੋ ਮੈਂ ਤੁਹਾਨੂੰ ਸੋਲਵ ਕਰਨ ਵਾਸਤੇ ਕਿਹਾ ਸੀ ਦਵਾਂਗਾ ਉਹ ਆਪਣੇ ਕੋਲੇ ਸਮ ਹੈਗਾ ਸਾਈਨ ਵਾਸਤੇ। ਤੁਸੀਂ ਜਦੋਂ ਵੈਲਿਊ ਕੈਲਕੂਲੇਟ ਕਰਨੀ ਹੈ ਤੁਸੀਂ ਸਾਈਨ ਦੀ ਕਰਨੀ ਹੁਣ sin 0 डिग्री sin 1 डिग्री sin 2 डिग्री एंड अप टू sin 90 डिग्री ਇਹਦੀ ਵੈਲਿਊ ਕੈਲਕੂਲੇਟ ਕਰਕੇ ਨੋਟਬੁੱਕ ਉੱਪਰ ਫੋਲੋ ਕਰਨੀ ਹੈ ਐਂਡ ਕਮੈਂਟ ਬਾਕਸ ਵਿੱਚ ਵੀ ਟਾਈਪ ਕਰਨੀ ਆ। ਉਸ ਤੋਂ ਬਾਅਦ ਸੈਕੰਡ ਵੈਲਿਊ sin 0 डिग्री tan 0 डिग्री tan 1 डिग्री tan 2 डिग्री एंड अप टू tan 90 डिग्री ਇਸ ਦੀ ਵੈਲਿਊ ਵੀ ਤੁਸੀਂ ਕੈਲਕੂਲੇਟ ਕਰਨੀ ਹੈ ਐਂਡ ਕੈਲਕੂਲੇਟ ਕਰਨ ਤੋਂ ਬਾਅਦ ਦੱਸਣੀ ਹੈ ਕਿ ਇਸ ਦੀ ਵੈਲਿਊ ਕੀ ਆਊਗੀ ਉਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਟਾਈਪ ਕਰ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਟੈਲੀਗ੍ਰਾਮ ਜੋ ਆਪਣਾ ਚੈਨਲ ਆ ਉਸ ਦੇ ਉੱਪਰ ਨੋਟਬੁੱਕ ਦੇ ਉੱਪਰ ਫੋਲੋ ਕਰਨ ਤੋਂ ਬਾਅਦ ਉੱਥੇ ਆਪਣੀਆਂ ਪਿਕਸ ਨੂੰ ਪੋਸਟ ਕਰ ਸਕਦੇ ਹੋ। ਤਾਂ ਆਪਾਂ ਇਸ ਦਾ ਨੈਕਸਟ ਦੇਖਦੇ ਹਾਂ ਕੁਐਸਚਨ if x tan 45 degree sin 30 degree is equal to cos 30 degree tan 30 degree then x is equal to ਦੇਖੋ ਜਿਹੜਾ ਮੈਂ ਸਾਈਡ ਤੇ ਸਮ ਦਿੱਤਾ ਹੋਇਆ ਤੁਸੀਂ ਸੋਲਵ ਕਰਨਾ ਮੈਂ ਤੁਹਾਡੇ ਲਈ ਜਿਹੜਾ ਸਮ ਹੈ ਸੋਲਵ ਕਰ ਦਾਂਗਾ ਫਸਟ ਤੇ ਜਿਹੜਾ ਸੈਕੰਡ ਸਮ ਹੈ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਫਿਰ ਇਸ ਨੂੰ ਨੋਟਬੁੱਕ ਦੇ ਉੱਪਰ ਲਿਖ ਸਕਦੇ ਹੋ ਇਸ ਨੂੰ ਤੁਸੀਂ ਖੁਦ ਸੋਲਵ ਕਰਨਾ ਬਟ ਤੁਹਾਡੇ ਲਈ ਮੈਂ ਇਹ ਸਮ ਸੋਲਵ ਕਰ ਦਿੰਦਾ ਵਾ। ਤਾਂ ਚਲੋ ਦੇਖਦੇ ਹਾਂ ਆਪਾਂ ਇਸ ਦਾ ਆਨਸਰ ਕੀ ਹੋਊਗਾ x tan 45 degree sin 30 degree ਆਪਣੇ ਕੋਲ ਇੱਥੇ ਵੈਲਿਊ ਦਿੱਤੀ ਹੋਈ ਹੈ x tan 45 degree sin 30 degree is equal to cos 30 degree and tan 30 degree। ਤਾਂ find the value of x ਆਪਾਂ ਨੂੰ ਉਹਨਾਂ ਨੇ ਕੀ ਕਿਹਾ ਕਿ ਤੁਸੀਂ x ਦੀ ਵੈਲਿਊ ਫਾਈਂਡ ਆਊਟ ਕਰਕੇ ਦੱਸੋ। ਦੇਖੋ ਬਹੁਤ ਹੀ ਜ਼ਿਆਦਾ ਸਿੰਪਲ ਜੀ ਚੀਜ਼ ਆ ਆਪਾਂ ਕੀ ਕਰਦੇ ਆ ਸਾਰੇ ਦੀਆਂ ਜਿੰਨੇ ਵੀ ਆਪਣੇ ਕੋਲ ਇੱਥੇ ਟ੍ਰਿਗਨੋਮੈਟ੍ਰਿਕ ਕੁਆਂਟੀਟੀਜ਼ ਦਿੱਤੀਆਂ ਹੋਈਆਂ ਉਹਨਾਂ ਦੀ ਆਪਾਂ ਵੈਲਿਊ ਨੂੰ ਪੁੱਟ ਕਰ ਦਿੰਦੇ ਆ ਕਿਉਂਕਿ ਆਪਾਂ ਨੂੰ ਇਹਨਾਂ ਸਾਰਿਆਂ ਦੀਆਂ ਵੈਲਿਊਜ਼ ਤਾਂ ਪਤਾ ਹੀ ਹੈ ਕੀ ਆ ਤੇ ਜੇ ਨਹੀਂ ਪਤਾ ਤੁਸੀਂ ਇਸ ਨੂੰ ਯਾਦ ਜ਼ਰੂਰ ਕਰ ਲਿਓ। देखो tan 45 डिग्री अपने को 1 होंदा sin 30 डिग्री अपने को 1/2 होंदा cos 30 डिग्री अपने को √3/2 होंदा एंड tan 30 डिग्री अपने को 1/√3 होंदा। तो आप इसनूं सिंपली कैलकुलेट कर लेंगे। देखो √3 ਨਾਲ √3 कैंसल आउट हो जाऊगा
एंड जे आप इस सारी की सारी जी टर्म है इनू कैलकुलेट करिए तो बन जू अपने को x/2 तो इस साइड से बन जाना अपने को 1/2 तो जोड़ा 2 आ जो दूसरी साइड जाके मल्टीप्लाई होगा तो मेरे को बन जाना 1/2 मल्टीप्लाई 2 एंड 2 ना 2 कैंसल आउट आके आंसर कितना आ जाऊगा 1। ਇਹਦਾ मतलब जी x की वैल्यू मेरे को कितनी आ गई 1 एंड 1 अपने को इत्थे की होगा करैक्ट आंसर होगा। तो जी स्टेटमेंट मैं इत्थे दिती हुई है स्टेटमेंट नूं तुसीं खुद सॉल्व करना, मैं थोड़ा इसनूं करैक्ट कर दिना। जिहड़ा इत्थे 2 है स्क्वेयर आ, ठीक है, ये मेरे को हैगा y sin 45 डिग्री cos 45 डिग्री इज इक्वल टू tan स्क्वेयर 45 डिग्री माइनस cos स्क्वेयर 30 डिग्री। सिंपल जी गल आ, कोई जिद्दां मैं सम सॉल्व किया उदा ही सॉल्व करना। तुसीं इहदे विच कोई एक्सट्रा तुहानूं कोई करन दी लोड़ नहीं गी। y की वैल्यू तुसीं कैलकुलेट करनी है, sin 45 की वैल्यू पुट कर दिओ, उस तो बाद cos 45 की वैल्यू पुट कर दिओ, उस तो बाद tan 45 की वैल्यू पुट कर दिओ इत्थे एंड उहदा स्क्वेयर कर दिओ क्योंकि इत्थे अपने कोल स्क्वेयर दिता होया। cos 30 की वैल्यू पुट करके उसका भी स्क्वेयर कर दिओ एंड सिंपली तुसीं कैलकुलेशन करन तो बाद y की वैल्यू इत्थों कैलकुलेट कर लोगे एंड उसनूं अपनी नोटबुक के उपर सॉल्व करके अपने टैलीग्राम ग्रुप के विच पोस्ट करियो एंड कमेंट बॉक्स के विच भी टाइप करियो। चलो नैक्सट देखते हैं। इफ ए बी सी आर इंटीरियर एंगल ऑफ अ ट्रायंगल ए बी सी दैन cos b प्लस सी डिवाइडेड बाय 2 इज इक्वल टू। तो देखो ध्यान दे नाल आपां नूं एक ए बी सी ट्रायंगल दिती हुई आ, अपने कोले एक ए बी सी ट्रायंगल आ एंड आपां इसनूं अरेज कर लेने थोड़ा। तो इत्थे अपने को एक ए बी सी ट्रायंगल दी हुई है, मैं इन्हूं लिख लेना ए बी एंड सी एंड कहंदे उहदे ए बी सी जिहड़े आ वो इंटीरियर एंगल आ, इहदा मतलब इहदा एंगल ए होगा। सिमिलरली आ जिहड़ा एंगल अपने कोले बी होगा एंड ए एंगल अपने कोले सी होगा। तो ये अपने कोले ए बी सी इंटीरियर एंगल आ। इहदे जे इंटीरियर एंगल आ तो आपां नूं पता जिहड़ी अपने कोले ट्रायंगल हुंदी आ उहदे जिहड़े इंटीरियर एंगल हुंदे आ, जेकर आपां उहनां दा सम लईए तो उन्होंने जिहड़ा सम होंदा इंटीरियर एंगल का वो अपने को कितना होंदा 180 डिग्री। ठीक है, वह सम टोटल अपने को की होंदा 180 डिग्री। असल दे विच ये चीज़ ही आपको दसना चाहता सी इत्थों कि इफ ए बी एंड सी आर इंटीरियर एंगल ऑफ ए बी सी, इत्थों उन्हें इनडायरैक्टली यही चीज़ कहना चाहता सी कि ए प्लस सी का जिहड़ा सम आ तुहाडे कोले 180 डिग्री आ। तो उस तो बाद वो कहता फाइंड आउट करके दसो कि cos b प्लस सी डिवाइडेड बाय 2 किहदे इक्वल होगा, यदि वैल्यू कैलकुलेट करके दसो ये किहदे इक्वल होगी। तो देखो आपां नूं एक चीज़ तो सिंपली क्लीयर होगी कि ए प्लस बी प्लस सी इन्हां तिन्नां दी वैल्यू मेरे को 180 आ। तो जेकर मैं तो बी प्लस सी की वैल्यू कैलकुलेट करने लिए ट्राई करा तो मेरे को ए दूसरी साइड चला जाऊगा तो बन जाना 180 डिग्री माइनस ए। मैं की करदा इत्थे बी प्लस सी की जगह यदी वैल्यू पुट कर देना। देखो मेरे को बी प्लस सी की वैल्यू हुण कितनी आ गई 180 डिग्री माइनस ए, मैं इत्थे पुट कर देना तो यह बन जाना मेरे को 180 डिग्री माइनस ए डिवाइडेड बाय 2। तो हुण देखो जिहड़ा 180 डिग्री आ इहदे नाल 2 डिवाइड करांगे एंड ए दे नाल भी 2 डिवाइड करांगे क्योंकि दोनों दे नाल अलग अलग 2 नूं डिवाइड करना पैंदा हुंदा। तो अपने को बन जाना 180 डिग्री डिवाइडेड बाय 2 माइनस ए डिवाइडेड बाय 2। तो इत्थे आपां सॉल्व करांगे तो 180 ते इहनूं कैंसल आउट करांगे तो बन जाना 90। तो यह बन गया अपने को cos 90 डिग्री माइनस ए बाय 2। तो हुण आपां नूं पता वा cos 90 डिग्री माइनस ए बाय 2 किहदे इक्वल हुंदा sin ए बाय 2 दे। ठीक है, तो यह आपां पढ़ के आए हैं कि जिहड़ा अपने को cos 90 डिग्री माइनस थीटा हुंदा वो किहदे इक्वल हुंदा sin थीटे दे इक्वल हुंदा एंड थीटे की जगह ते इत्थे की पुट कीता होया ए बाय 2, तां करके फिर आपां sin दे नाल भी ए बाय 2 ला दांगे। तो sin ए बाय 2 जिहड़ा ए अपने को होगी इत्थे करैक्ट आंसर आ। तो इस तरह की जिहड़े सम आ तुहाडी बुक दे विच दिता होया वा आई थिंक 8.2 एक्सरसाइज दे विच 8.3 दे विच लास्ट सम, तो तुसीं उस तो भी इस नूं देख सकदे हो। अगला सम देखो ध्यान नाल, इत्थे अपने को दिता होया वा 5 tan स्क्वेयर ए माइनस 5 secant स्क्वेयर ए प्लस 1। इनू कैलकुलेट करना, इसकी वैल्यू कैलकुलेट करनी है। तो इत्थे देखो ध्यान दे नाल जेकर मैं इन्हां दोनों के विचों 5 नूं कॉमन ले ला तो 5 बाहर आ जाऊगा, मेरे को की बन जाऊगा tan स्क्वेयर ए माइनस secant स्क्वेयर ए एंड प्लस 1। हुण मैं एक फॉर्मूला पढ़िया होया वा 10th क्लास दे विच, तुसीं 1 प्लस tan स्क्वेयर ए जां थीटा लिखिया हुंदा, इत्थे मैं ए लिख दिंदा ताकि तुहानूं समझना थोड़ा सौखा हो जाए। 1 प्लस tan स्क्वेयर ए इज इक्वल टू secant स्क्वेयर ए। तो एक फॉर्मूला मैं पढ़िया होया वा 10th क्लास दे विच। जेकर इत्थों मैं वैल्यू कैलकुलेट करनी चाहां इस चीज़ की
ਤਾਂ ਮੈਂ ਉਹ ਸਿੰਪਲੀ ਕੈਲਕੂਲੇਟ ਕਰ ਸਕਦਾ। ਮੈਂ ਸੀਕੈਂਟ ਨੂੰ ਇਸ ਸਾਈਡ ਤੇ ਲੈ ਆਉਣਾ ਐਂਡ ਜਿਹੜਾ 1 ਆ ਉਸਨੂੰ ਇਸ ਸਾਈਡ ਤੇ ਲੈ ਜਾਂਦਾ, ਤਾਂ ਮੇਰੇ ਕੋਲ ਕੀ ਬਣ ਜਾਊਗਾ tan ਸਕੁਏਰ ਏ ਸੀਕੈਂਟ ਇਸ ਸਾਈਡ ਤੇ ਆਊਗਾ ਤਾਂ ਉਹ ਮਾਈਨਸ ਦਾ ਹੋ ਜਾਊਗਾ ਐਂਡ 1 ਵੀ ਜਦੋਂ ਆਪਣੇ ਕੋਲੇ ਰਾਈਟ ਹੈਂਡ ਸਾਈਡ ਤੇ ਆਊਗਾ ਤਾਂ ਉਹ -1 ਹੋ ਜਾਊਗਾ ਕਿਉਂਕਿ ਉਹ ਪਲੱਸ ਦਾ ਸੀ। ਤਾਂ ਇਹਦਾ ਮਤਲਬ ਇਹ ਹੋ ਗਿਆ ਮੇਰੇ ਕੋਲੇ ਕਿ tan ਸਕੁਏਰ ਏ ਮਾਈਨਸ ਸੀਕੈਂਟ ਸਕੁਏਰ ਏ ਦੀ ਵੈਲਿਊ ਮੇਰੇ ਕੋਲੇ ਕੀ ਆ ਗਈ -1। ਤਾਂ ਮੈਂ ਇੱਥੇ -1 ਪੁੱਟ ਕਰ ਦੂੰਗਾ ਐਂਡ +1 ਇਜ਼ ਇਕੁਅਲ ਟੂ 5 ਨੂੰ -1 ਨਾਲ ਮਲਟੀਪਲਾਈ ਕਰਾਂਗੇ -5 ਐਂਡ ਉਹਦੇ ਵਿੱਚ 1 ਐਡ ਕੀਤਾ ਤਾਂ ਮੇਰੇ ਕੋਲੇ ਬਣ ਗਿਆ -4। ਤਾਂ ਮੇਰੇ ਕੋਲੇ ਵੈਲਿਊ ਕਿੰਨੀ ਆ ਗਈ -4 ਵੈਲਿਊ ਆ ਗਈ ਡੀ। ਤਾਂ ਮੇਰੇ ਕੋਲੇ ਕਰੈਕਟ ਆਨਸਰ ਹੋਊਗਾ। ਤਾਂ -4 ਆਪਣੇ ਕੋਲੇ ਡੀ ਆਪਸ਼ਨ ਦੇ ਵਿੱਚ, ਇਟ ਮੀਨਸ ਕਿ ਡੀ ਇਜ਼ ਦੀ ਕਰੈਕਟ ਆਨਸਰ। ਤਾਂ ਇਹ ਸਿੰਪਲ ਸੀ। ਆਪਣੇ ਕੋਲੇ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਇਹਦੇ ਸਮ ਆ ਸਕਦੇ ਆ ਜਿਸ ਨੂੰ ਤੁਸੀਂ ਸੋਲਵ ਕਰਨਾ ਹੋ ਸਕਦਾ। ਜਿਵੇਂ ਮੰਨ ਲਓ ਮੈਂ ਤੁਹਾਨੂੰ ਇੱਥੇ ਇੱਕ ਸਮ ਦੇ ਦਿੰਦਾ ਜੋ ਤੁਸੀਂ ਖੁਦ ਹੀ ਸੋਲਵ ਕਰਨਾ, ਆਪਣੀ ਨੋਟਬੁੱਕ ਦੇ ਉੱਪਰ ਸੋਲਵ ਵੀ ਕਰਿਓ ਐਂਡ ਕਮੈਂਟ ਬਾਕਸ ਦੇ ਵਿੱਚ ਵੀ ਟਾਈਪ ਜ਼ਰੂਰ ਕਰਿਓ। ਮੈਂ ਵਾਰ-ਵਾਰ ਇਹ ਚੀਜ਼ਾਂ ਕਦੋਂ ਕਹਿ ਰਿਹਾ ਕਿਉਂਕਿ ਬੱਚੇ ਬਹੁਤ ਜ਼ਿਆਦਾ ਬੱਚੇ ਇਦਾਂ ਦੇ ਆ ਜੋ ਨਾ ਤਾਂ ਕਮੈਂਟ ਬਾਕਸ ਦੇ ਵਿੱਚ ਆਨਸਰ ਟਾਈਪ ਕਰਦੇ ਆ ਨਾ ਹੀ ਆਪਣੇ ਗਰੁੱਪ ਦੇ ਵਿੱਚ ਜੋ ਇਸ ਨੂੰ ਸੋਲਵ ਕਰਨ ਤੋਂ ਬਾਅਦ ਨੋਟਬੁੱਕ ਦੇ ਉੱਪਰ ਪਿਕਸ ਨੂੰ ਅਪਲੋਡ ਕਰਦੇ ਆ। ਤਾਂ ਕਰਕੇ ਮੈਂ ਵਾਰ-ਵਾਰ ਇਹ ਚੀਜ਼ ਹੀ ਕਹਿ ਰਿਹਾ ਕਿਉਂਕਿ ਜਿੰਨੀ ਇਹਦੇ ਪ੍ਰੈਕਟਿਸ ਕਰੋਗੇ ਉਨਾ ਹੀ ਜ਼ਿਆਦਾ ਤੁਹਾਨੂੰ ਅੱਛਾ ਮਤਲਬ ਜਦੋਂ ਐਗਜ਼ਾਮ ਹੋਊਗਾ ਤਾਂ ਉਸ ਸਮੇਂ ਪ੍ਰੈਕਟਿਸ ਤੁਹਾਡੀ ਇੰਨੀ ਜ਼ਿਆਦਾ ਹੋ ਜਾਵੇਗੀ ਕਿ ਤੁਹਾਨੂੰ ਐਗਜ਼ਾਮ ਬਹੁਤ ਜ਼ਿਆਦਾ ਈਜ਼ੀ ਲੱਗੂਗਾ। ਤਾਂ ਮੈਂ ਤੁਹਾਨੂੰ ਇੱਥੇ ਸਮ ਦੇ ਦਿੰਦਾ ਇੱਕ, ਤੁਸੀਂ ਖੁਦ ਸੋਲਵ ਕਰਿਓ। ਇੱਥੇ ਮੈਂ ਸਮ ਦਿੰਦਾ 7 cot ਸਕੁਏਰ ਏ ਮਾਈਨਸ 7 ਕੋਸੀਕੈਂਟ ਸਕੁਏਰ ਏ ਪਲੱਸ 2। ਤਾਂ ਤੁਸੀਂ ਇਸ ਨੂੰ ਸੋਲਵ ਕਰਨਾ ਐਂਡ ਸੋਲਵ ਕਰਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਇਸ ਦਾ ਆਨਸਰ ਲਿਖ ਦੇਣਾ। ਤਾਂ ਇਸ ਦਾ ਆਪਾਂ ਨੈਕਸਟ ਸਮ ਦੇਖਦੇ ਹਾਂ। ਨੈਕਸਟ ਦੇਖੋ ਆਪਣੇ ਕੋਲੇ ਕੀ ਲਿਖਿਆ ਹੋਇਆ ਵਾ ਸੀਕੈਂਟ ਏ ਪਲੱਸ tan ਏ ਇਜ਼ ਇਕੁਅਲ ਟੂ x। ਕਹਿੰਦੇ ਫਾਈਂਡ ਆਊਟ ਕਰੋ tan a ਦੀ ਵੈਲਿਊ ਕਿੰਨੀ ਹੋਊਗੀ। ਧਿਆਨ ਨਾਲ ਦੇਖੋ ਆਪਣੇ ਕੋਲ ਦਿੱਤਾ ਹੋਇਆ ਵਾ ਸੀਕੈਂਟ a ਪਲੱਸ tan a ਇਜ਼ ਇਕੁਅਲ ਟੂ x ਐਂਡ ਫਾਈਂਡ ਦੀ ਵੈਲਿਊ ਆਫ ਅ tan a। tan a ਦੀ ਇਕੱਲੀ ਵੈਲਿਊ ਕੀ ਹੋਊਗੀ। ਠੀਕ ਆ, ਦੇਖੋ ਜਦੋਂ ਤੁਸੀਂ +1 ਕਰੋਗੇ +1 ਦੇ ਵਿੱਚ ਟ੍ਰਿਗਨੋਮੈਟਰੀ ਦੇ ਸਮ ਕਰੋਗੇ ਤਾਂ ਤੁਸੀਂ ਇਸ ਦੀ ਜਿਹੜੀ ਵੈਲਿਊ ਆ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਸੋਲਵ ਕਰ ਸਕੋਗੇ ਕਿਉਂਕਿ ਉਸ ਦੇ ਵਿੱਚ ਤੁਹਾਨੂੰ ਇਹਦੇ ਫਾਰਮੂਲੇਜ਼ ਹੋਰ ਜ਼ਿਆਦਾ ਦੱਸੇ ਜਾਣਗੇ। ਪਰ ਇੱਥੇ ਆਪਾਂ 10th ਕਲਾਸ ਦੀ ਗੱਲ ਕਰਦੇ ਹਾਂ ਤਾਂ ਮੈਂ 10th ਕਲਾਸ ਦੇ ਅਕੋਰਡਿੰਗ ਹੀ ਇਸ ਦਾ ਆਨਸਰ ਦੱਸੂਗਾ ਕੀ ਆਊਗਾ। ਤਾਂ ਬਹੁਤ ਹੀ ਜ਼ਿਆਦਾ ਸਿੰਪਲ ਆ ਉਹ ਵੀ। ਆਪਾਂ ਪਿੱਛੇ ਹੁਣੇ ਪੜ੍ਹ ਕੇ ਆਏ ਹਾਂ, ਦੇਖੋ ਧਿਆਨ ਦੇ ਨਾਲ ਇੱਥੇ ਆਪਾਂ ਪੜ੍ਹ ਕੇ ਆਏ ਹਾਂ ਕਿ tan ਸਕੁਏਰ ਏ ਮਾਈਨਸ ਸੀਕੈਂਟ ਸਕੁਏਰ ਏ ਮੇਰੇ ਕੋਲੇ -1 ਦੇ ਇਕੁਅਲ ਹੁੰਦਾ ਤੇ ਜੇ ਮੈਂ tan ਨੂੰ ਦੂਸਰੀ ਸਾਈਡ ਲੈ ਜਾਂਦਾ ਤਾਂ ਮੇਰੇ ਕੋਲੇ ਕੀ ਬਣ ਜਾਣਾ ਸੀ 1 ਇਜ਼ ਇਕੁਅਲ ਟੂ ਸੀਕੈਂਟ ਸਕੁਏਰ ਏ ਮਾਈਨਸ tan ਸਕੁਏਰ ਏ। ਇਟ ਮੀਨਸ ਕੀ ਹੋਇਆ ਕਿ ਮੇਰੇ ਕੋਲੇ 1 ਕਿਹਦੇ ਇਕੁਅਲ ਹੁੰਦਾ ਸੀਕੈਂਟ ਸਕੁਏਰ ਏ ਮਾਈਨਸ tan ਸਕੁਏਰ ਏ। ਤਾਂ ਮੈਂ ਫਾਰਮੂਲੇ ਨੂੰ ਇੱਥੇ ਯੂਜ਼ ਕਰੂੰਗਾ ਤਾਂ ਦੇਖੋ ਮੇਰੇ ਕੋਲੇ ਕੀ ਹੁੰਦਾ ਸੀਕੈਂਟ ਸਕੁਏਰ ਏ ਮਾਈਨਸ tan ਸਕੁਏਰ ਏ ਇਜ਼ ਇਕੁਅਲ ਟੂ 1 ਹੁੰਦਾ। ਤਾਂ ਜਿਹੜਾ ਮੇਰੇ ਕੋਲੇ ਸੀਕੈਂਟ ਸਕੁਏਰ ਏ ਐਂਡ tan ਸਕੁਏਰ ਏ ਆ ਕਿ ਇਹ ਆਇਡੈਂਟੀਟੀ ਨਹੀਂ ਬਣ ਰਹੀ ਆਪਣੇ ਕੋਲੇ a ਸਕੁਏਰ ਮਾਈਨਸ b ਸਕੁਏਰ। ਤੇ ਇਹਨੂੰ ਮੈਂ ਲਿਖ ਸਕਦਾ ਫਿਰ a ਪਲੱਸ b ਐਂਡ a ਮਾਈਨਸ b। ਤਾਂ ਜੇ ਫਾਰਮ ਦੇ ਵਿੱਚ ਮੈਂ ਇਹਨੂੰ ਲਿਖਾਂਗਾ ਤਾਂ ਦੇਖਿਓ ਧਿਆਨ ਦੇ ਨਾਲ ਮੇਰੇ ਕੋਲੇ ਕੀ ਬਣੂਗਾ ਸੀਕੈਂਟ a ਪਲੱਸ tan a ਐਂਡ ਸੀਕੈਂਟ a ਮਾਈਨਸ tan a ਇਜ਼ ਇਕੁਅਲ ਟੂ 1। ਤਾਂ ਹੁਣ ਇੱਥੋਂ ਧਿਆਨ ਦੇ ਨਾਲ ਦੇਖੋ ਇਹਨੂੰ ਮੈਂ ਇਕੁਏਸ਼ਨ ਨੰਬਰ 1 ਦੇ ਦਿੰਦਾ ਸੀਕੈਂਟ a ਪਲੱਸ tan a ਦੀ ਵੈਲਿਊ ਮੇਰੇ ਕੋਲੇ ਕਿੰਨੀ x। ਤਾਂ ਮੈਂ ਕੀ ਕਰਦਾ ਇਸ ਜਗ੍ਹਾ ਦੇ ਉੱਪਰ x ਦੀ ਵੈਲਿਊ ਪੁੱਟ ਕਰ ਦਿੰਦਾ ਤਾਂ ਮੇਰੇ ਕੋਲੇ ਕੀ ਬਣ ਗਿਆ ਫਿਰ ਇਹ ਸੀਕੈਂਟ a ਮਾਈਨਸ tan a ਇਜ਼ ਇਕੁਅਲ ਟੂ 1। ਤਾਂ x ਨੂੰ ਦੂਸਰੀ ਸਾਈਡ ਦੇ ਉੱਪਰ ਲੈ ਕੇ ਜਾਵਾਂਗੇ ਤਾਂ ਇਹ ਡਿਵਾਈਡ ਹੋ ਜਾਊਗਾ ਤਾਂ ਇਹ ਬਣ ਗਿਆ ਸੀਕੈਂਟ a ਮਾਈਨਸ tan a ਇਜ਼ ਇਕੁਅਲ ਟੂ 1/x। ਤਾਂ ਇਹ ਮੇਰੇ ਕੋਲੇ ਬਣ ਗਈ ਇਕੁਏਸ਼ਨ ਨੰਬਰ 2। ਤਾਂ ਮੈਂ ਹੁਣ ਇਕੁਏਸ਼ਨ ਨੰਬਰ 1 ਐਂਡ ਇਕੁਏਸ਼ਨ ਨੰਬਰ 2 ਨੂੰ ਸੋਲਵ ਕਰ ਲੂੰਗਾ। ਦੇਖੋ ਇਕੁਏਸ਼ਨ ਨੰਬਰ 1 ਮੇਰੇ ਕੋਲੇ ਕੀ ਦਿੱਤਾ ਹੋਇਆ ਉਹਨਾਂ ਨੇ ਸੀਕੈਂਟ a ਪਲੱਸ tan a ਇਜ਼ ਇਕੁਅਲ ਟੂ x ਐਂਡ ਇਕੁਏਸ਼ਨ ਨੰਬਰ 2 ਦੇ ਵਿੱਚ ਦਿੱਤਾ ਹੋਇਆ ਸੀਕੈਂਟ a ਮਾਈਨਸ tan a ਇਜ਼ ਇਕੁਅਲ ਟੂ 1/x। ਤਾਂ ਮੈਂ ਵੈਲਿਊ ਜਿਹੜੀ ਫਾਈਂਡ ਆਊਟ ਕਰਨੀ ਉਹ tan ਦੀ ਫਾਈਂਡ ਆਊਟ ਕਰਨੀ ਆ ਤਾਂ ਮੈਂ ਇਹਨਾਂ ਦੇ ਸਾਈਨ ਚੇਂਜ ਕਰੂੰਗਾ। ਤਾਂ ਇੱਥੇ ਦੇਖੋ ਮੇਰੇ ਕੋਲੇ ਮਾਈਨਸ ਦਾ ਸਾਈਨ ਹੈ ਪਲੱਸ ਹੋ ਜਾਊਗਾ ਐਂਡ ਸੀਕੈਂਟ ਮੇਰੇ ਕੋਲੇ ਇੱਥੇ ਪਲੱਸ ਹੈ ਮਾਈਨਸ ਹੋ ਜਾਊਗਾ। ਸਿਮਿਲਰਲੀ ਇੱਥੇ ਮੇਰੇ ਕੋਲੇ ਮਾਈਨਸ ਦਾ ਸਾਈਨ ਆ ਜਾਊਗਾ। ਤਾਂ ਦੇਖੋ ਇੱਥੇ ਮੇਰੇ ਕੋਲੇ ਸੀਕੈਂਟ ਕੈਂਸਲ ਆਊਟ ਹੋ ਜਾਊਗਾ ਐਂਡ tan ਦੇ ਵਿੱਚ tan ਨੂੰ ਐਡ ਕਰਾਂਗੇ ਤਾਂ ਇਹ ਬਣ ਜਾਣਾ ਮੇਰੇ ਕੋਲੇ 2 tan a ਤੇ ਇਸ ਸਾਈਡ ਤੇ ਮੇਰੇ ਕੋਲੇ ਬਣ ਜਾਣਾ x ਮਾਈਨਸ 1/x। ਤੇ ਇਸ ਨੂੰ ਜੇ ਮੈਂ ਸੋਲਵ ਕਰਾਂ ਦੇਖੋ ਮੈਂ ਉੱਪਰ ਸੋਲਵ ਕਰ ਦਿੰਦਾ ਜਗ੍ਹਾ ਘੱਟ ਹੋਣ ਦੇ ਕਰਕੇ 2 tan a ਇਜ਼ ਇਕੁਅਲ ਟੂ x ਮਾਈਨਸ 1/x।
ਤਾਂ ਮਲਟੀਪਲਾਈ ਕਰਦੇ ਇੱਥੋਂ ਦੇਖੋ ਤੁਸੀਂ ਇਦਾਂ ਮਲਟੀਪਲਾਈ ਵੀ ਕਰ ਸਕਦੇ ਹੋ। ਤਾਂ ਮੇਰੇ ਕੋਲੇ ਬਣ ਜਾਣਾ x ਸਕੁਏਅਰ ਮਾਈਨਸ 1 ਡਿਵਾਈਡਡ ਬਾਈ x, ਇਹ ਬਣ ਗਿਆ ਮੇਰੇ ਕੋਲੇ 2 tan a ਇਜ਼ ਇਕੁਅਲ ਟੂ x ਸਕੁਏਅਰ ਮਾਈਨਸ 1 ਡਿਵਾਈਡਡ ਬਾਈ x, ਐਂਡ ਜਿਹੜਾ 2 ਆ ਇਹ ਦੂਸਰੀ ਸਾਈਡ ਜਾ ਕੇ ਕੀ ਹੋ ਜਾਊਗਾ, डिवाइड हो जाऊगा, एंड मेरे को आंसर आ जाऊगा एक्स स्क्वेयर माइनस 1 डिवाइडेड बाय 2x। तो इतने मैं देख लूँगा एक्स स्क्वेयर माइनस 1 डिवाइडेड बाय 2x बी दे विच प्रेजेंट आ, इट मीनस बी इज द करैक्ट आंसर ऑफ दिस क्वेश्चन। तो इदा तुसीं सॉल्व कर सकते हो। नाल दी नाल देखो इत्थे मैं तुहाडे लई सम भी दिता होया जिहड़ा तुसीं खुद सॉल्व करना, एंड मैं अरेज कर दिना जो मैं लिखिया होया ताकि तुहानूं जिहड़ा सम आ ईजिली तुसीं इसनूं रीड कर सको। तो जिहड़ा सम आ तुसीं खुद सॉल्व करना, इहदे विच सीकेंड ए प्लस टैन ए दी वैल्यू एक्स दित्ती हुई है सिमिलरली, एंड इत्थे तुसीं सीकेंड ए दी वैल्यू कैलकुलेट करनी है। मैं इत्थे जिहड़ी वैल्यू कैलकुलेट कीती सी वो टैन ए दी कैलकुलेट कीती सी, तुसीं इत्थे सीकेंड ए दी कैलकुलेट करनी आ, एंड कैलकुलेट करनी सिंपली सारे स्टैप सेम होणगे। लास्ट दे विच जदों जिथे मैं माइनस कीता सी साइन चेंज कीते सी, तुसीं उत्थे कोई साइन ना चेंज करियो, एंड कैंसल आउट करन तो बाद सीकेंड दी वैल्यू कैलकुलेट करके कमेंट बॉक्स विच एंड नोटबुक उपर सॉल्व करके ग्रुप दे विच जरूर पोस्ट करियो। चलो नैक्सट देखते हैं। अगे उन्होंने दिता 1 माइनस कॉस ए इज इक्वल टू साइन ए, तो यह किहदे इक्वल होगा, यदि वैल्यू कैलकुलेट करने वास्ते क्या है किहदे इक्वल होगा। ठीक है, तो ये देखो जेकर तुसीं चैक किया होगा तो तुहाडे कोले 8.4 एक्सरसाइज आ जिहड़ी उहदा 4th शायद 5th सम आ जिहड़ा उहदे विच अपने कोले सम अवेलेबल होगा, तुसीं उत्थे चैक कर सकते हो। तो हुण देखो ध्यान दे नाल इत्थे मेरे कोले 1 माइनस कॉस ए लिखिया होया, एंड थले मेरे को उन्होंने लिखा हुआ वा साइन है। तो उन्होंने कहा दी वैल्यू कैलकुलेट करो। देखो वैल्यू कैलकुलेट तो आप कर लाँगे, बट अपने को जिहड़ा इत्थे साइन पिया होया वा -10, सब तो पहला तो आपां ये कैंसल आउट करना पैना इत्थों। तो पहला तो इहनूं कैंसल आउट करांगे, इहनूं कैंसल आउट करन दे वास्ते आपां की करदे आ, इहनूं मल्टीप्लाई कर दिंदे आ उपर एंड थले रैशनलाइज कर दिंदे आ 1 प्लस कॉस ए डिवाइडेड बाय 1 प्लस कॉस ए। हुण तुसीं कहोगे इहदे नाल ही कदों मल्टीप्लाई डिवाइड कीता, इहदे नाल तां कीता कि अपने कोल इत्थे माइनस दा साइन पिया होया, एंड माइनस के साइन के नाल की होगा कि इत्थे जो आप इहदी वैल्यू इनू सॉल्व करांगे तो अपने को एक फॉर्मूला बन जाऊगा ए माइनस बी एंड ए प्लस बी। तो यह एक आइडेंटिटी हुंदी आ, ए इक्वल हुंदी आ ए स्क्वेयर माइनस बी स्क्वेयर दे। तो आप जो इन्हूं सॉल्व करांगे तो अपने को इन्हां दोनों नूं मल्टीप्लाई करके की बन जाना 1 दा स्क्वेयर माइनस कॉस स्क्वेयर ए डिवाइडेड बाय साइन ए 1 प्लस कॉस ए। तो इनू अगे आप सॉल्व करिए तो देखो की बनता अपने को 1 इनू आप लिख सकते हैं 1 माइनस कॉस स्क्वेयर ए, एंड सिंपली थले मेरे को बन जाना साइन ए 1 प्लस कॉस ए। तो देखो 1 माइनस कॉस स्क्वेयर ए की इक्वल होंदा, मैं इत्थे फॉर्मूला पढ़िया होया एक साइन स्क्वेयर ए प्लस कॉस स्क्वेयर ए इज इक्वल टू 1 होंदा। जेकर मैं कॉस नूं दूसरी साइड ले जा तो मेरे को की बन जाऊगा साइन स्क्वेयर ए इज इक्वल टू 1 माइनस कॉस स्क्वेयर ए। इट मीनस 1 माइनस कॉस स्क्वेयर ए दी वैल्यू मेरे को की हुंदी आ साइन स्क्वेयर ए हुंदी आ। इतों एक वैल्यू मेरे को की आ जानी साइन स्क्वेयर ए, एंड थले मेरे को इत्थे प्रेजेंट आ साइन ए एंड 1 प्लस कॉस ए। तो साइन दे नाल एक साइन कैंसल हो जाना, उपर सिर्फ एक साइन बचूगा, तो मेरे को की बन जाना साइन ए डिवाइडेड बाय 1 प्लस कॉस ए। तो मैं ऑप्शन दे विच चैक कर लूँगा किहड़ा ऑप्शन आ इहदे विच, तो जिवें देखा तो बी दे विच मेरे को पिया होया वा साइन ए डिवाइडेड बाय 1 प्लस कॉस ए, इट मीनस बी इज दी करैक्ट आंसर। एंड इस तो बाद नैक्सट सम देखते आपां, वट इज़ द मिनीमम वैल्यू ऑफ आ साइन ए। वो कहते साइन ए दी मिनीमम वैल्यू दसो कितनी होगी जेकर तुहाडे कोले जिहड़ी ए आ वो की होगा 0 तो लैके 90 डिग्री तक होगा। जिहड़ा ए दी वैल्यू आ 0 तो लैके 90 तक होगी। ठीक है, मतलब वो वैल्यू अपने को एक्यूट भी हो सकती है, न्यून कोण भी हो सकता वा, तो वो अपने को की हो सकता 90 डिग्री भी हो सकती है, मतलब कि अपने को समकोण भी हो सकता। पंजाबी में जो आपको कहिए तो समकोण भी हो सकता वा, 90 डिग्री वैल्यू भी हो सकती है, एंड वो वैल्यू 90 तो छोटी भी हो सकती है, एंड 0 भी हो सकती है। तो हुण आपां देखांगे कि इहदी जिहड़ी मिनीमम वैल्यू कितनी हुंदी है। तो आपां नूं पता जिहड़ी साइन दी वैल्यूज़ हुंदियां वो 0 तो लैके 1 तक वैल्यू होंगी है, मतलब 0 सब तो छोटी एंड 1 सब तो वड्डी वैल्यू होंगी है। जेकर आप गल करिए 0 तो लैके 90 तक की, सिर्फ आप ये जरूर देखना 0 तो लैके 90 तक की गल की हुई है। तो इत्थे फिर अपने को मिनीमम वैल्यू इहदी कितनी आ जाऊगी 0 आ जाऊगी। देखो जेकर वो इत्थे ना पाउंदे, जेकर वो इत्थे ना पाउंदे कि तुहाडे कोल जिहड़ी वैल्यू आ, जेकर अपने को वैल्यू ये ना दस दे कि 0 तो लैके 90 तक तो फिर -1 आनी सी, फिर इसका आंसर -1 आना सी।
क्योंकि -1 0 तो भी छोटा हुंदा ते साइन की वैल्यू -1 दे विच भी हुंदी आ, पर इत्थे इन्हां ने सिर्फ 0 तो लैके 90 तक किया, तां करके अपने कोल जिहड़ा आंसर आ जाऊगा वो की आ जाऊगा, इत्थे 0 आ जाऊगा। जेकर आप इहदा ग्राफ भी देखिए तो ग्राफ तो भी आप ईजिली फाइंड आउट कर सकते हैं इसकी वैल्यू की होगी। देखो साइन का जिहड़ा अपने कोले ग्राफ हुंदा, जिहड़ा तुसीं अगे +1 क्लास दे विच रीड करोगे तो साइन का ग्राफ अपने कोले इस तरह का हुंदा। इहदे विच आपां देखदे हां कि जिहड़ी वैल्यू हुंदी वो मेरे कोले माइनस दे विच भी आउंदी आ, तो इहदी वैल्यू +1 तो लैके -1 तक वेरी करदी आ। पर उन्हें की किया होया कि जिहड़ा तुहाडे कोले एंगल आ, देखो इत्थे एंगल अपने कोले 0 डिग्री हुंदा, इस जगह ते एंगल अपने कोले 90 डिग्री हुंदा, एंड इस जगह ते अपने कोले एंगल 180 डिग्री हुंदा। इस पॉइंट ते जिहड़ा एंगल हुंदा अपने कोले 270 डिग्री हुंदा, एंड इस पॉइंट ते जिहड़ा एंगल हुंदा अपने कोले 360 डिग्री हुंदा। तो बट उन्हें वैल्यू की हुई है कि 0 तो 90 डिग्री है, तो फिर अपने कोले 270 तो आ ही नहीं सकता। जे 270 आ ही नहीं सकता, इट मीनस फिर माइनस च आंसर तो आ नहीं सकता, तो माइनस वाला तो कट्टे गया, तो 1/2 तो सब तो छोटी हुंदी नहीं, क्योंकि 1/2 तो पॉसीबल नहीं, 0 तो लैके 1/1 तक हुंदी आ, तो 1/2 तो छोटी फिर 0 होगी। 1 तो मैक्सीमम वैल्यू, इट मीनस कि जिहड़ी अपने कोले 0 वो की होगी, मिनीमम वैल्यू होगी। नाल दी नाल तुहाडे वास्ते मैं 2 सम होर दे दित्ते आ, तुसीं इस नूं सॉल्व करियो। वट इज़ द मिनीमम वैल्यू ऑफ अ कॉस थीटा, कॉस थीटे की मिनीमम वैल्यू तुसीं कैलकुलेट करके दस्सिओ, कॉस थीटे की होगी तो तुहाडे अकॉर्डिंग, एंड मैक्सीमम वैल्यू की होगी 1 कोसीकेंट अल्फा। इत्थे अल्फा लिखा, तुसीं इहनूं थीटा लिख सकदे हो, तुसीं इसनूं फाई जो मर्जी लिखो, ठीक है, ਇਹਦਾ ਸਿੰਪਲ एंगल ही अपने कोले, तो यदी वैल्यू कितनी होगी, यदी भी तुसीं वैल्यू कैलकुलेट करनी है, एंड जो भी तुहाडे जो भी मतलब अकॉर्डिंग टू जो भी तुहाडी अंडरस्टैंडिंग आ, जो तुहाडा आंसर होगा उसनूं कमेंट बॉक्स में भी लिखियो, एंड उस तो बाद पोस्ट भी करियो ग्रुप दे विच। चलो अगे देखते हैं। इफ इन ट्राइंगल ए बी सी एंगल ए इज इक्वल टू 90 डिग्री, दैन साइन ए प्लस बी कितना होगा। देखो ध्यान दे नाल, बहुत ही ज़्यादा सिंपल सम अपने कोले। उन्हें की किया होया कि तुहाडे कोले एक ट्राइंगल आ, एंड वो ट्राइंगल दे विच एंगल जिहड़ा सी आ वो 90 डिग्री आ, तो जे एंगल सी मेरे कोले 90 डिग्री आ, तो जिहड़े मेरे कोल बाकी दे दो एंगल बचे, एंगल ए एंड बी, इन्हां दोनों का सम भी तो मेरे कोले 90 डिग्री ही होगा, क्योंकि जे सी मेरे कोले 90 आ, तो फिर इन्हां दोनों का सम 90 का तो होगा, क्योंकि ट्राइंगल के सारे एंगल का सम मेरे कोले कितना हुंदा 180 डिग्री, तो जे सारिਆਂ ਦਾ सम 180 हुंदा, ਉਹਦੇ ਵਿੱਚੋਂ 90 ਦਾ ਇਕੱਲਾ सी हो गया, तो फिर ए प्लस बी का जिहड़ी वैल्यू होगी वो 90 डिग्री होगी। तो उन्हें की किया हुण अगे कहंदे साइन ए प्लस बी की वैल्यू कैलकुलेट करो, तो मेरे कोले साइन ए प्लस बी की जेकर मैं वैल्यू कैलकुलेट करा, तो मैनू पता ए प्लस बी की जिहड़ी वैल्यू कितनी 90 डिग्री, तो मेरे कोले की बन जूगा साइन 90 डिग्री, तो साइन 90 डिग्री कितना हुंदा 1 हुंदा, ਇਹਦਾ मतलब डी मेरे को की आऊगा, फिर ਇਹਦਾ करैक्ट आंसर आ जाऊगा। तो इस तो बाद अगे ਆਪਾਂ नैक्सट देखते हैं। देखो नैक्सट सम ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਦੀ वैल्यू ऑफ अ साइन स्क्वायर 30 डिग्री माइनस कॉस स्क्वायर 30 डिग्री की वैल्यू कैलकुलेट करो एंड फाइंड आउट करके दसो। देखो इतने मैं फाइंड आउट करना साइन स्क्वायर 30 डिग्री माइनस कॉस स्क्वायर 30 डिग्री। देखो सिंपली तुसी की करो, ये वैल्यू पुट कर दो, इन्हों की सिंपली तुसी वैल्यू पुट कर दो। साइन की 30 की वैल्यू मैनू पता, कॉस 30 की वैल्यू भी मैनू पता, मैं पुट करके इसको सॉल्व कर लेना। देखो जेकर मैं साइन 30 की वैल्यू देखा तो मेरे को 1/2 होंदा, एंड 1/2 का इतने स्क्वेयर कर देंगे, माइनस कॉस 30 की वैल्यू मेरे को कितनी होंगी √3/2 होंदा, एंड उसका भी मैं इतने स्क्वेयर कर दूंगा, एंड 1/2 का स्क्वेयर मेरे को 1/4 होंदा, एंड √3/2। देखो इतने √3 का जो स्क्वेयर करांगे तो रूट कैंसल आउट हो जाऊगा, 3 आ जाऊगा, एंड 2 का स्क्वेयर मेरे को 4 होंदा, तो मेरे को आंसर की आ जाऊगा 1 - 3, तो मेरे को बन जाना -2/4, तो कैंसल आउट करूँगा मैं जेकर इन्हों तो आ जाऊगा -1/2। तो -1/2 कितने प्रेजेंट आ, ये प्रेजेंट, इट मीन जो मेरा आंसर आ कि आ गया -1/2। देखो तुम एक होर चीज़ पढ़ोगे +1 के जाके, जेकर तुम अगे मैथ रखोगे तो साइन स्क्वायर थीटा माइनस कॉस स्क्वायर थीटा जोड़ा होंदा अपने को, जेकर आप कॉस नूं अगे कर लगे इत्थों माइनस करके, तो मेरे को बन जाता होंदा कॉस स्क्वायर थीटा माइनस साइन स्क्वायर थीटा। तो यदी जी वैल्यू होंगी ना मेरे को, जे आप अगे जाके पढ़ांगे तो +1 के होंगी मेरे को cos 2 थीटे की इक्वल होंगी आ। तो देखो इतने मेरे को जे 30 डिग्री सी तो इन्हें बन जाना मेरे को माइनस cos 60 डिग्री। तो cos 60 की मैनू पता वैल्यू कितनी होंगी है 1/2 होंगी, नाल माइनस आ जाऊगा। तो तुम इदा भी कर सकते हो, बट ये अगे +1 के सिंपली वैल्यू पुट करके कर दो। जेकर तुम +1 के चीज़ को रीड कर लिया, उस तो बाद फिर तो तुम इसनूं जिहड़े मर्जी तरीके नाल सोल्व करो, तुहाडी अंडरस्टैंडिंग के उपर आ। तो सिंपल सी हम अगे देखते हैं। कोसिकेंट थीटा माइनस कॉट थीटा इज इक्वल टू 1/3, फाइंड द वैल्यू ऑफ अ कोसिकेंट थीटा माइनस प्लस कॉट थीटा।
ਇਹਦੀ ਵੈਲਿਊ ਤੁਸੀਂ ਖੁਦ ਕੈਲਕੂਲੇਟ ਕਰਨੀ ਆ, ਠੀਕ ਆ। ਇਹਦੀ ਵੈਲਿਊ ਵੀ ਤੁਸੀਂ ਖੁਦ ਹੀ ਕੈਲਕੂਲੇਟ ਕਰਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜੋ ਆਪਾਂ ਪ੍ਰੀਵੀਅਸ ਸਮ ਕੀਤਾ ਸੀ ਉਹ ਤੁਹਾਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਜਾਂ ਨਹੀਂ ਸਮਝਿਆ। ਜੇਕਰ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕੀਤਾ ਹੋਊਗਾ, ਜਿਹੜਾ ਮੈਂ ਸੀਕੈਂਟ ਤੇ ਟੈਨ ਵਾਲਾ ਕੀਤਾ ਸੀ, ਜੇਕਰ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕੀਤਾ ਹੋਊਗਾ ਤਾਂ ਸਮ ਤੁਹਾਡੇ ਤੋਂ ਹੋ ਜਾਊਗਾ, ਨਹੀਂ ਤਾਂ ਫਿਰ ਨਹੀਂ ਹੋਊਗਾ। ਤਾਂ ਜੇ ਨਹੀਂ ਹੋਇਆ ਤਾਂ ਤੁਸੀਂ ਇੱਕ ਵਾਰ ਜਿਹੜਾ ਆਪਣੇ ਕੋਲੇ ਸੀਕੈਂਟ ਵਾਲਾ ਸਮ ਸੀ ਨਾ, ਸੀਕੈਂਟ ਏ ਮਾਈਨਸ ਟੈਨ ਏ ਦੇ ਵਿੱਚ ਆਪਾਂ ਐਕਸ ਲੈ ਕੇ ਸੋਲਵ ਕੀਤਾ ਸੀ, ਠੀਕ ਆ। ਉਹ ਸਮ ਨੂੰ ਤੁਸੀਂ ਇੱਕ ਵਾਰੀ ਦੇਖ ਲਓ, ਉੱਥੇ ਐਕਸ ਦੀ ਜਗ੍ਹਾ ਤੇ ਇੱਥੇ ਸਿਰਫ 1/3 ਹੀ ਲਿਖਿਆ ਹੋਇਆ ਵਾ ਐਂਡ ਬਹੁਤ ਹੀ ਜ਼ਿਆਦਾ ਸਿੰਪਲ ਸਮ ਆ। ਤੁਸੀਂ ਇਸ ਨੂੰ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਲਿਖਿਓ ਜੇਕਰ ਸਮ ਨਾ ਸੋਲਵ ਹੋਇਆ ਤਾਂ ਆਪਾਂ ਨੈਕਸਟ ਵੀਡੀਓ ਵਿੱਚ ਇਸ ਨੂੰ ਸੋਲਵ ਕਰ ਲਾਂਗੇ। ਤਾਂ ਚਲੋ ਅੱਗੇ ਦੇਖਦੇ ਹਾਂ। 1 + tan² a plus divided by 1 + cot² a ਕਿਹਦੇ ਇਕੁਅਲ ਹੋਊਗਾ? 1 + tan² a divided by 1 + cot² a ਇਹਦੀ ਵੈਲਿਊ ਕੈਲਕੂਲੇਟ ਕਰਨ ਵਾਸਤੇ ਕਿਹਾ ਵੀ ਇਹਦੀ ਵੈਲਿਊ ਕਿੰਨੀ ਆਊਗੀ, ਠੀਕ ਆ। ਚਲੋ ਬਹੁਤ ਹੀ ਜ਼ਿਆਦਾ ਸਿੰਪਲ ਵੈਲਿਊ ਇਹਦੀ ਸਮਝ ਲੱਗ ਰਹੀ ਹੈ। ਜੇਕਰ ਆਪਾਂ ਦੇਖੀਏ ਤਾਂ ਇਹਦਾ ਜਿਹੜਾ ਆਨਸਰ ਆ ਉਹ ਤਾਂ ਵੈਸੇ ਆਪਾਂ ਨੂੰ ਸਭ ਪਤਾ ਲੱਗ ਹੀ ਰਿਹਾ ਕੀ ਹੋਊਗਾ ਜੇਕਰ ਤੁਹਾਡੀ ਪ੍ਰੈਕਟਿਸ ਹੋਊਗੀ ਬਹੁਤ ਜ਼ਿਆਦਾ, ਬਟ ਫਿਰ ਵੀ ਨਹੀਂ ਆ ਰਿਹਾ ਤਾਂ ਆਪਾਂ ਕੀ ਕਰਦੇ ਹਾਂ ਕਿ ਜਿਹੜਾ ਥੱਲੇ ਆਪਣੇ ਕੋਲੇ ਕੋਟ ਲਿਖਿਆ ਹੋਇਆ ਨਾ ਇਹਨੂੰ ਟੈਨ 'ਚ ਕਨਵਰਟ ਕਰ ਦਿੰਦੇ ਹਾਂ। ਤਾਂ ਆਪਾਂ ਨੂੰ ਪਤਾ ਕਿ ਜਿਹੜਾ ਆਪਣੇ ਕੋਲੇ ਕੋਟ ਥੀਟਾ ਹੁੰਦਾ ਉਹ ਕਿਹਦੇ ਇਕੁਅਲ ਹੁੰਦਾ? 1/tan ਥੀਟੇ ਦੇ। ਤਾਂ ਇੱਥੇ a ਲਿਖਿਆ ਹੋਇਆ ਤਾਂ ਮੈਂ ਨਾਲ a ਲਿਖ ਦਿੰਦਾ। ਤਾਂ ਦੇਖੋ ਮੈਂ ਇਹਦੀ ਵੈਲਿਊ ਅਗਰ ਇੱਥੇ ਪੁੱਟ ਕਰਾਂ ਤਾਂ ਮੇਰੇ ਕੋਲ ਕੀ ਬਣ ਜਾਊਗਾ? 1 + 1/tan² a। ਤੇ ਇਹਦੇ ਥੱਲੇ ਮੈਂ 1 ਲਾ ਦਿੰਦਾ, 1/1 ਤੇ ਇਹਨਾਂ ਨੂੰ ਮਲਟੀਪਲਾਈ ਕਰੂੰਗਾ। ਦੇਖੋ ਇਹ ਇੱਦਾਂ ਤੁਸੀਂ ਐਡ ਕਰ ਸਕਦੇ ਹੋ। ਐਡ ਕਰਨ ਦਾ ਸਿੰਪਲ ਤਰੀਕਾ ਹੁੰਦਾ ਕਿ ਡਿਨੋਮੀਨੇਟਰ ਨੂੰ ਕ੍ਰੋਸ ਮਲਟੀਪਲਾਈ ਕਰ ਦਿਓ ਨਿਊਮੀਨੇਟਰ ਦੇ ਨਾਲ ਐਂਡ ਦੋਨੇ ਡਿਨੋਮੀਨੇਟਰ ਨੂੰ ਆਪਸ ਵਿੱਚ ਮਲਟੀਪਲਾਈ ਕਰ ਦਿਓ। ਤਾਂ ਉੱਪਰ ਮੇਰੇ ਕੋਲੇ ਬਣਿਆ 1 + tan² a, ਥੱਲੇ ਮੇਰੇ ਕੋਲੇ ਬਣੂਗਾ tan² ਨੂੰ 1 ਨਾਲ ਮਲਟੀਪਲਾਈ ਕੀਤਾ ਤਾਂ ਬਣ ਗਿਆ ਮੇਰੇ ਕੋਲੇ tan² a। 1 ਨੂੰ 1 ਨਾਲ ਕੀਤਾ 1 ਐਂਡ ਡਿਵਾਈਡਡ ਬਾਈ tan² a। ਤਾਂ ਦੇਖੋ ਜਿਹੜਾ ਮੇਰੇ ਕੋਲ ਇੱਥੇ tan² a ਥੱਲੇ ਦਿੱਤਾ ਹੋਇਆ ਹੈ ਉੱਪਰ ਚਲਾ ਜਾਂਦਾ ਹੁੰਦਾ। ਆਪਾਂ ਪੜ੍ਹ ਕੇ ਆਏ ਹਾਂ 10th ਕਲਾਸ ਦੇ ਵਿੱਚ, ਇਸ ਤੋਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਵੀ ਇਹ ਚੀਜ਼ ਨੂੰ ਆਪਾਂ ਅੰਡਰਸਟੈਂਡ ਕੀਤਾ। ਤੇ ਜਿਹੜਾ ਮੇਰੇ ਕੋਲੇ ਥੱਲੇ tan² a ਆ, ਜਿਹੜਾ ਮੇਰੇ ਕੋਲੇ ਥੱਲੇ ਦੇਖ ਸਕਦੇ ਹੋ ਤੁਸੀਂ ਇੱਥੇ tan² a ਉੱਪਰ ਚਲਾ ਜਾਂਦਾ ਹੁੰਦਾ ਤੇ ਬਣ ਜਾਣਾ ਮੇਰੇ ਕੋਲੇ ਇੱਥੇ tan² a। ਹੁਣ ਦੇਖੋ ਉੱਪਰ ਐਂਡ ਥੱਲੇ ਟਰਮ ਦੋਨਾਂ ਨੂੰ ਧਿਆਨ ਦੇ ਨਾਲ ਦੇਖੋ, ਸਿਰਫ ਉਹਨਾਂ ਨੇ ਅੱਗੇ ਪਿੱਛੇ ਲਿਖਿਆ ਹੋਇਆ। ਇੱਥੇ ਲਿਖਿਆ ਹੋਇਆ 1 + tan² a, ਇੱਥੇ tan² a ਅੱਗੇ ਲਿਖਿਆ ਹੋਇਆ ਐਂਡ +1 ਬਾਅਦ ਵਿੱਚ ਲਿਖਿਆ ਹੋਇਆ। ਦੋਨੇ ਟਰਮ ਸੇਮ ਹੀ ਆ, ਇਹਨਾਂ ਨੇ ਕੈਂਸਲ ਆਊਟ ਹੋ ਜਾਣਾ ਐਂਡ 1 ਆ ਜਾਊਗਾ। ਤਾਂ ਆਪਣੇ ਕੋਲ ਸਿਰਫ ਕੀ ਬਚਿਆ? tan² a। ਤਾਂ ਆਪਣਾ ਜਿਹੜਾ ਆਨਸਰ ਆਊਗਾ ਇੱਥੇ ਕੀ ਆਊਗਾ? tan² a। ਤਾਂ ਡੀ ਆਪਣੇ ਕੋਲੇ ਕੀ ਹੋਊਗਾ? ਇੱਥੇ ਕਰੈਕਟ ਆਨਸਰ ਹੋਊਗਾ ਇਸ ਦਾ। ਦੇਖੋ ਅਗਲਾ ਸਮ ਦੇਖਦੇ ਹਾਂ। ਅਗਲੇ ਦੇ ਵਿੱਚ ਕੀ ਕਿਹਾ ਹੋਇਆ? ਇਫ sin 2a = 1/2 tan² 45 degree where a is an acute angle then the value of a। ਤਾਂ ਬਹੁਤ ਹੀ ਜ਼ਿਆਦਾ ਸਿੰਪਲ ਆ। sin 2a = 1/2 tan² 45 ਡਿਗਰੀ। ਹੁਣ tan 45 ਦੀ ਵੈਲਿਊ ਆਪਾਂ ਨੂੰ ਪਤਾ 1 ਹੁੰਦੀ ਆ ਤਾਂ ਆਪਾਂ ਇੱਥੇ ਪੁੱਟ ਕਰ ਦਿੰਦੇ ਆ sin 2a = 1/2 tan 45 ਦੀ ਵੈਲਿਊ 1 ਐਂਡ 1 ਦਾ ਸਕੁਅਰ 1 ਹੀ ਹੁੰਦਾ ਤਾਂ sin 2a = 1/2। ਹੁਣ ਦੇਖੋ ਜਿਹੜਾ ਸਾਈਨ ਹੁੰਦਾ ਉਹ 1/2 ਕਦੋਂ ਹੁੰਦਾ? ਸਾਈਨ 1/2 ਉਦੋਂ ਹੀ ਹੁੰਦਾ ਜਦੋਂ ਮੇਰੇ ਕੋਲੇ 30 ਡਿਗਰੀ ਵੈਲਿਊ ਹੁੰਦੀ ਆ। ਸਾਈਨ 30 ਦੀ ਵੈਲਿਊ ਮੇਰੇ ਕੋਲੇ 1/2 ਹੀ ਤਾਂ ਹੁੰਦੀ ਆ। ਤਾਂ ਕਰਕੇ ਮੈਂ ਇੱਥੇ ਕੀ ਕਰੂੰਗਾ? 1/2 ਦੀ ਜਗ੍ਹਾ ਸਾਈਨ 30 ਪੁੱਟ ਕਰ ਦੇਣਾ। ਇਟ ਮੀਨਸ sin 2a = ਸਾਈਨ 30 ਡਿਗਰੀ। ਤੇ ਇੱਥੋਂ ਜੇਕਰ ਆਪਾਂ ਕੰਪੇਅਰ ਕਰੀਏ 2a ਕਿਹਦੀ ਇਕੁਅਲ ਆ? 30 ਡਿਗਰੀ ਦੀ ਇਕੁਅਲ ਆ। ਇਹਦਾ ਮਤਲਬ 2a ਦੀ ਵੈਲਿਊ ਫਿਰ ਮੇਰੇ ਕੋਲੇ ਕਿੰਨੀ ਆ ਗਈ? 30 ਡਿਗਰੀ ਆ ਗਈ। ਤਾਂ ਜੇਕਰ ਇੱਥੋਂ ਮੈਂ a ਕੈਲਕੂਲੇਟ ਕਰਾਂ ਤਾਂ 2 ਨੇ ਇੱਦਾਂ ਡਿਵਾਈਡ ਹੋ ਜਾਣਾ ਐਂਡ ਕੈਂਸਲ ਆਊਟ ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਆਣਾ? 15। ਇਟ ਮੀਨਸ ਕਿ ਜਿਹੜੀ a ਦੀ ਵੈਲਿਊ ਆ ਮੇਰੇ ਕੋਲੇ ਉਹ ਕਿੰਨੀ ਆ ਗਈ? 15 ਆ ਗਈ। ਤਾਂ ਇੱਥੇ ਤੁਸੀਂ 30 ਨਾ ਲਿਖ ਦਿਓ ਗਲਤੀ ਦੇ ਨਾਲ, ਜੇ ਤੁਸੀਂ 2 ਬਟ ਜਿਹੜੀ 30 ਵੈਲਿਊ 2a ਦੀ ਆ ਤਾਂ ਉਹਨੇ ਵੈਲਿਊ ਆਪਾਂ ਨੂੰ ਕੈਲਕੂਲੇਟ ਕਰਨ ਵਾਸਤੇ a ਦੀ ਕਿਹਾ ਵਾ। ਤਾਂ a ਦੀ ਵੈਲਿਊ ਇੱਥੇ ਕਿੰਨੀ ਆਊਗੀ? 15 ਆਊਗੀ। ਡੀ ਇਜ਼ ਦੀ ਕਰੈਕਟ ਆਨਸਰ। ਨੈਕਸਟ ਦੇਖਦੇ ਹਾਂ। ਨੈਕਸਟ ਬਹੁਤ ਹੀ ਸਿੰਪਲ ਸਮ ਦਿੱਤਾ ਹੋਇਆ, ਆਪਾਂ ਇਸ ਦੇ ਨਾਲ ਦਾ ਸਮ ਕੀਤਾ ਹੋਇਆ, ਬਸ ਥੋੜਾ ਜਿਹਾ ਚੇਂਜਸ ਕਰਤੇ ਉਹਨਾਂ ਨੇ। x sin 90 - θ cot 90 - θ = cos 90 - θ then find the value of x। x ਦੀ ਵੈਲਿਊ ਕੈਲਕੂਲੇਟ ਕਰੋ। ਤਾਂ ਦੇਖੋ ਜਿਹੜਾ ਮੇਰੇ ਕੋਲੇ cos 90 - θ ਹੁੰਦਾ, ਸੌਰੀ ਜਿਹੜਾ ਮੇਰੇ ਕੋਲ ਇੱਥੇ sin 90 - θ ਇਹਨੂੰ ਮੈਂ ਲਿਖ ਸਕਦਾ cos θ ਐਂਡ ਜਿਹੜਾ ਮੇਰੇ ਕੋਲ ਇੱਥੇ ਲਿਖਿਆ ਹੋਇਆ ਵਾ cot 90 - θ ਮੈਂ ਇਹਨੂੰ ਲਿਖ ਸਕਦਾ ਮੈਂ tan θ ਐਂਡ ਸਿਮਿਲਰਲੀ ਮੇਰੇ ਕੋਲ ਇੱਥੇ ਲਿਖਿਆ ਹੋਇਆ ਵਾ cos 90 - θ ਮੈਂ ਇਹਨੂੰ ਲਿਖ ਸਕਦਾ ਵਾ sin θ।
ठीक है, बिल्कुल सिंपल जी वैल्यू अपने को ਇਹਦਾ ਆਪਾਂ ਪੜ੍ਹ ਕੇ ਹੀ ਆਏ ਹੋਏ ਆ ਐਂਡ ਬਹੁਤ ਹੀ ਈਜ਼ੀ ਚੀਜ਼ ਆਏ ਕਿ 90 ਮਾਈਨਸ ਥੀਟਾ ਸਾਈਨ cos ਦੇ ਇਕੁਅਲ ਹੁੰਦਾ, 90 ਮਾਈਨਸ ਥੀਟਾ cot tan ਦੇ ਇਕੁਅਲ ਹੁੰਦਾ, 90 ਮਾਈਨਸ ਥੀਟਾ ਜਿਹੜਾ cos ਉਹ ਸਾਈਨ ਦੇ ਇਕੁਅਲ ਹੁੰਦਾ। ਤਾਂ ਮੈਂ ਕੀ ਕਰਦਾ ਹੁਣ ਇੱਥੇ ਦੇਖੋ ਮਲਟੀਪਲਾਈ ਦਾ ਸਾਈਨ ਪਾ ਸਕਦਾ ਐਂਡ ਜਿਹੜਾ ਮੇਰੇ ਕੋਲੇ tan ਆ ਮੈਂ tan ਦੀ ਵੈਲਿਊ ਪੁੱਟ ਕਰ ਦੇਣਾ। ਦੇਖੋ ਜਿਹੜਾ ਮੇਰੇ ਕੋਲੇ tan ਥੀਟਾ ਹੁੰਦਾ ਮੈਨੂੰ ਐਂ ਲਿਖ ਸਕਦਾ ਸਾਈਨ ਥੀਟਾ ਬਾਈ cos ਥੀਟਾ। tan ਥੀਟਾ ਜਿਹੜਾ ਮੇਰੇ ਕੋਲੇ ਹੁੰਦਾ ਉਹ ਸਾਈਨ ਥੀਟਾ ਬਾਈ cos ਥੀਟਾ ਹੀ ਦਾ ਹੁੰਦਾ, ਠੀਕ ਹੈ ਉਹਦੀ ਵੈਲਿਊ। ਤਾਂ ਇੱਥੇ ਮੇਰੇ ਕੋਲੇ ਕੀ ਬਣ ਜਾਣਾ ਸਾਈਨ ਥੀਟਾ ਡਿਵਾਈਡਡ ਬਾਏ cos ਥੀਟਾ ਇਜ਼ ਇਕੁਅਲ ਟੂ ਸਾਈਨ ਥੀਟਾ। ਤਾਂ ਇੱਥੋਂ ਦੇਖਾਂਗੇ ਮੇਰੇ ਕੋਲ ਜਿਹੜਾ cos ਨਾਲ cos ਕੈਂਸਲ ਆਊਟ ਹੋ ਜਾਊਗਾ ਤਾਂ ਮੇਰੇ ਕੋਲੇ ਬਣ ਜਾਣਾ x ਮਲਟੀਪਲਾਈ ਸਾਈਨ ਥੀਟਾ ਇਜ਼ ਇਕੁਅਲ ਟੂ ਸਾਈਨ ਥੀਟਾ। ਤਾਂ ਇੱਥੋਂ ਤੁਸੀਂ ਸਾਈਨ ਨਾਲ ਸਾਈਨ ਵੀ ਕੈਂਸਲ ਕਰ ਸਕਦੇ ਹੋ ਤਾਂ x ਕੀ ਦੀ ਇਕੁਅਲ ਆ ਜਾਣਾ 1 ਦੇ। ਤਾਂ ਇਟ ਮੀਨਸ ਕਿ ਮੇਰੇ ਕੋਲੇ b ਆ ਜਿਹੜਾ ਉਹ ਕੀ ਆ ਕਰੈਕਟ ਆਨਸਰ ਆ ਇਸਦਾ। ਬਹੁਤ ਹੀ ਜ਼ਿਆਦਾ ਸਿੰਪਲ ਸੀ ਬਟ ਤੁਹਾਡੀ ਥੋੜੀ ਅੰਡਰਸਟੈਂਡਿੰਗ ਹੋਣੀ ਚਾਹੀਦੀ, ਮੈਥ ਦੇ ਫਾਰਮੂਲੇ ਦੇ ਉੱਪਰ ਥੋੜੀ ਪਕੜ ਹੋਣੀ ਚਾਹੀਦੀ ਆ। ਨੈਕਸਟ ਆਪਣੇ ਕੋਲ ਦਿੱਤਾ ਹੋਇਆ ਦੀ ਰੇਸ਼ੀਓ ਆਫ ਸਾਈਡਸ ਆਫ ਅ ਰਾਈਟ ਟ੍ਰਾਇੰਗਲ ਵਿਦ ਰਿਸਪੈਕਟ ਟੂ ਇਟ ਇਜ਼ ਅਕਿਊਟ ਐਂਗਲ ਆਰ ਨੋਨ ਐਜ਼। ਦੇਖੋ ਜਦੋਂ ਆਪਾਂ ਸਮ ਸੋਲਵ ਕਰਦੇ ਹਾਂ 8.1 ਐਕਸਰਸਾਈਜ਼ ਦੇ ਵਿੱਚ ਤਾਂ ਆਪਣੇ ਕੋਲ ਦੋ ਅਕਿਊਟ ਐਂਗਲ ਹੁੰਦੇ, ਦੋਨੇ ਅਕਿਊਟ ਐਂਗਲ ਦੇ ਅਕੋਰਡਿੰਗਲੀ ਆਪਾਂ ਟ੍ਰਿਗਨੋਮੈਟ੍ਰਿਕ ਰੇਸ਼ੀਓ ਫਾਈਂਡ ਆਊਟ ਕਰਦੇ ਹੁੰਦੇ ਆ। ਤਾਂ ਉਹ ਕਹਿੰਦੇ ਵੀ ਦੱਸੋ ਇਹਨੂੰ ਕੀ ਕਹਿੰਦੇ ਆ, ਤਾਂ ਇਹਨੂੰ ਕੀ ਕਿਹਾ ਜਾਂਦਾ ਵਾ, ਟ੍ਰਿਗਨੋਮੈਟ੍ਰਿਕ ਆਇਡੈਂਟੀਜ਼ ਕਿਹਾ ਜਾਂਦਾ ਵਾ, ਟ੍ਰਿਗਨੋਮੈਟਰੀ ਕਿਹਾ ਜਾਂਦਾ ਵਾ, ਟ੍ਰਿਗਨੋਮੈਟ੍ਰਿਕ ਰੇਸ਼ੀਓ ਆਫ ਐਂਗਲ। ਤਾਂ ਆਪਣੇ ਕੋਲੇ ਸੀ ਇੱਥੇ ਕਰੈਕਟ ਆਨਸਰ ਹੋਊਗਾ ਬਿਕੋਜ਼ ਜਦੋਂ ਆਪਾਂ ਰੇਸ਼ੀਓ ਫਾਈਂਡ ਆਊਟ ਕਰਦੇ ਹੁੰਦੇ ਹਾਂ ਟ੍ਰਿਗਨੋਮੈਟ੍ਰਿਕ ਐਂਗਲ ਦੀ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਟ੍ਰਿਗਨੋਮੈਟ੍ਰਿਕ ਰੇਸ਼ੀਓ ਆਫ ਐਂਗਲ। ਟ੍ਰਿਗਨੋਮੈਟ੍ਰਿਕ ਆਇਡੈਂਟੀਟੀ ਕਿਹਨੂੰ ਕਹਿੰਦੇ ਆ ਸਾਈਨ ਥੀਟਾ cos ਥੀਟਾ, ਉਹਨੂੰ ਟ੍ਰਿਗਨੋਮੈਟ੍ਰਿਕ ਆਇਡੈਂਟੀਟੀ ਕਿਹਾ ਜਾਂਦਾ। ਟ੍ਰਿਗਨੋਮੈਟਰੀ ਤਾਂ ਆਪਣੇ ਕੋਲੇ ਇੱਕ ਪ੍ਰੋਪਰ ਕਹਿ ਸਕਦੇ ਆ ਆਪਣੇ ਕੋਲੇ ਇੱਕ ਫਾਰਮੂਲਾ ਨਹੀਂ ਹੁੰਦਾ, ਇਹਦੇ ਵਿੱਚ ਸਾਰਾ ਕੁਝ ਹੀ ਇਨਕਲੂਡ ਹੋ ਜਾਊਗਾ। ਆਪਣੇ ਕੋਲੇ ਫਾਰਮੂਲੇ 'ਚ ਵੀ ਹੋ ਜਾਣਗੇ, ਟ੍ਰਿਗਨੋਮੈਟ੍ਰਿਕ ਰੇਸ਼ੀਓ ਵੀ ਇਨਕਲੂਡ ਹੋ ਜਾਊਗੀ, ਠੀਕ ਆ। ਇਹ ਇੱਕ ਬ੍ਰਾਂਚ ਬਣ ਜਾਂਦੀ ਆ ਪ੍ਰੋਪਰ, ਇੱਕ ਮੈਥ ਦੀ ਇੱਕ ਸਾਇੰਸ ਦੀ ਇੱਕ ਬ੍ਰਾਂਚ ਬਣ ਜਾਂਦੀ ਆ ਟ੍ਰਿਗਨੋਮੈਟਰੀ। ਤਾਂ ਇਹਦੇ ਵਿੱਚ ਤਾਂ ਇਹ ਬਿਲਕੁਲ ਨਹੀਂ ਆਊਗਾ, ਤਾਂ ਉਹਨੂੰ ਆਪਾਂ ਕਹਿੰਦੇ ਹੁੰਦੇ ਟ੍ਰਿਗਨੋਮੈਟ੍ਰਿਕ ਰੇਸ਼ੀਓ ਆਫ ਐਂਗਲ। ਨਨ ਆਫ ਦਿਸ ਦਾ ਫਿਰ ਕੱਟਿਆ ਹੀ ਗਿਆ ਤਾਂ ਸੀ ਜਿਹੜਾ ਹੋਊਗਾ ਆਪਣੇ ਕੋਲੇ ਇਹ ਕਰੈਕਟ ਆਨਸਰ ਹੋ ਜਾਊਗਾ। ਤਾਂ ਇਹ ਆਪਣੇ ਕੋਲੇ ਸਮ ਸੀ ਐਂਡ ਉਸ ਤੋਂ ਬਾਅਦ ਦੇਖੋ ਆਪਣੇ ਕੋਲੇ ਕੀ ਆ ਕਿ ਤੁਸੀਂ ਇਸ ਨੂੰ ਆਪਾਂ ਮੈਚਸ ਕਰਨੇ ਆ। ਮੈਚਸ ਇੱਕ ਤੁਹਾਡੇ ਲਈ ਮੈਂ ਦਿੱਤਾ ਹੋਇਆ ਵਾ ਸਾਈਡ ਦੇ ਉੱਪਰ, ਇਹ ਤੁਸੀਂ ਖੁਦ ਸੋਲਵ ਕਰਨਾ ਐਂਡ ਇੱਕ ਮੈਚਸ ਮੈਂ ਤੁਹਾਡੇ ਲਈ ਸੋਲਵ ਕਰੂੰਗਾ। ਤਾਂ ਦੇਖੋ ਧਿਆਨ ਦੇ ਨਾਲ ਕਿਵੇਂ ਸੋਲਵ ਕਰਦੇ ਆਪਾਂ। ਸਭ ਤੋਂ ਪਹਿਲਾਂ ਮੈਂ ਇੱਕ ਡਾਇਗਰਾਮ ਬਣਾ ਲੈਣਾ, ਮੇਰੇ ਕੋਲ 90 ਡਿਗਰੀ ਦਾ ਐਂਗਲ ਹੋਊਗਾ ਐਂਡ ਜਿਹੜਾ ਮੇਰੇ ਕੋਲ ਆ ਐਂਗਲ ਆ ਮੈਨੂੰ ਥੀਟਾ ਲਿਖ ਲੈਣਾ ਕਿਉਂਕਿ ਇਹ ਸਮ ਦੇ ਵਿੱਚ ਹਰ ਜਗ੍ਹਾ ਥੀਟਾ ਹੀ ਉਹਨੇ ਯੂਜ਼ ਕੀਤਾ, ਮੈਂ ਥੀਟਾ ਇਸ ਨੂੰ ਦੇ ਦੇਣਾ ਨਾਮ। ਤਾਂ ਹੁਣ ਦੇਖੋ ਜਿਹੜਾ ਮੇਰੇ ਕੋਲੇ ਥੀਟਾ ਹੁੰਦਾ, ਥੀਟੇ ਦੀ ਜਿਹੜੀ ਨਾਲ ਵਾਲੀ ਸਾਈਡ ਹੁੰਦੀ ਹੈ ਜਮਾ ਨਾਲ ਸਾਈਡ ਹੁੰਦੀ ਉਹਨੂੰ ਆਪਾਂ ਕਹਿੰਦੇ ਹੁੰਦੇ ਆ ਐਡਜੈਸੈਂਟ ਸਾਈਡ, ਉਸ ਨੂੰ ਆਪਾਂ ਕਹਿੰਦੇ ਹੁੰਦੇ ਆ ਐਡਜੈਸੈਂਟ ਸਾਈਡ। ਤਾਂ ਇਹ ਆਪਣੇ ਕੋਲੇ ਹੁੰਦੀ ਹੈ ਐਡਜੈਸੈਂਟ ਸਾਈਡ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਆਧਾਰ ਤੇ ਇੰਗਲਿਸ਼ ਵਿੱਚ ਬੇਸ ਵੀ ਕਹਿ ਦਿੰਦੇ ਆ। ਤੇ ਜਿਹੜੀ ਇਹਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਹੁੰਦੀ ਆ ਉਹ ਸਾਈਡ ਨੂੰ ਆਪਾਂ ਕਹਿ ਦਿੰਦੇ ਹੁੰਦੇ ਆ ਆਪੋਜ਼ਿਟ ਸਾਈਡ, ਉਹਨੂੰ ਆਪਾਂ ਕਹਿ ਦਿੰਦੇ ਹੁੰਦੇ ਆ ਆਪੋਜ਼ਿਟ ਸਾਈਡ। ਤੇ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਲੰਬ ਤੇ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਪਰਪੈਂਡੀਕੂਲਰ ਕਹਿ ਦਿੰਦੇ ਹੁੰਦੇ ਆ। ਪੰਜਾਬੀ ਵਿੱਚ ਆਪਾਂ ਇਹਨੂੰ ਕਹਾਂਗੇ ਲੰਬ ਤੇ ਇਹਨੂੰ ਆਪਾਂ ਕਹਿ ਦਿੰਦੇ ਹੁੰਦੇ ਆਧਾਰ। ਜਿਹੜੀ ਆਹ ਸਾਈਡ ਆਪਣੇ ਕੋਲ ਬਚੀ ਇਹਨੂੰ ਆਪਾਂ ਹਾਈਪੋਟੇਨਿਊਜ਼ ਕਹਿੰਦੇ ਹੁੰਦੇ ਆ ਐਂਡ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕਹਿ ਦਿੰਦੇ ਹੁੰਦੇ ਆ ਕਰਨ, ਠੀਕ ਆ। ਚਲੋ ਹੁਣ ਆਪਾਂ ਦੇਖਦੇ ਹਾਂ ਫਸਟ ਉਹਨੇ ਕੀ ਕਿਹਾ ਹੋਇਆ ਇੱਥੇ। ਜੇਕਰ ਆਪਾਂ ਦੇਖੀਏ ਤਾਂ ਉਹਨੇ ਦਿੱਤਾ ਹੋਇਆ ਵਾ ਸਾਈਡ ਆਪੋਜ਼ਿਟ ਟੂ ਐਂਗਲ ਥੀਟਾ। ਮੈਂ ਮਾਰਕਰ ਚੇਂਜ ਕਰ ਦਿੰਦਾ, ਵਾਈਟ ਦੇ ਉੱਪਰ ਦਿਖਾਈ ਨਹੀਂ ਦੇ ਰਿਹਾ। ਤਾਂ ਇੱਥੇ ਦੇਖੋ ਮੇਰੇ ਕੋਲ ਫਸਟ ਦਿੱਤਾ ਹੋਇਆ ਉਹਨੇ ਸਾਈਡ ਆਪੋਜ਼ਿਟ ਟੂ ਐਂਗਲ ਥੀਟਾ। ਸਾਈਡ ਆਪੋਜ਼ਿਟ ਮਤਲਬ ਉਹਨੇ ਲੰਬ ਦੀ ਗੱਲ ਕੀਤੀ ਹੋਈ ਹੈ, ਤਾਂ ਮਤਲਬ ਉਹਨੇ ਪਰਪੈਂਡੀਕੂਲਰ ਦੀ ਗੱਲ ਕੀਤੀ ਹੋਈ ਹੈ, ਠੀਕ ਹੈ। ਸਾਈਡ ਆਪੋਜ਼ਿਟ ਟੂ ਥੀਟਾ। ਹਾਈਪੋਟੇਨਿਊਜ਼ ਮਤਲਬ ਉਹਨੇ ਐਚ ਦੀ ਗੱਲ ਕੀਤੀ ਹੋਈ ਹੈ, ਕਰਨ ਦੀ ਗੱਲ ਕੀਤੀ ਹੋਈ ਹੈ। ਤਾਂ ਮੈਨੂੰ ਪਤਾ ਪਰਪੈਂਡੀਕੂਲਰ ਬਾਈ ਹਾਈਪੋਟੇਨਿਊਜ਼ ਮੇਰੇ ਕੋਲੇ ਕਿਹਦੀ ਇਕੁਅਲ ਹੁੰਦਾ, ਪਰਪੈਂਡੀਕੂਲਰ ਬਾਈ ਹਾਈਪੋਟੇਨਿਊਜ਼ ਕਿਹਦੀ ਇਕੁਅਲ ਹੁੰਦਾ, ਮੇਰੇ ਕੋਲੇ ਸਾਈਨ ਥੀਟੇ ਦੀ ਇਕੁਅਲ ਹੁੰਦਾ। ਜੇਕਰ ਤੁਹਾਨੂੰ ਇਹ ਚੀਜ਼ਾਂ ਨਹੀਂ ਯਾਦ ਮੈਂ ਸਾਈਡ ਤੇ ਦੇਖੋ ਲਿਖ ਦਿੰਦਾ ਤੁਹਾਡੇ ਲਈ। ਇਹਨੂੰ ਆਪਾਂ ਇੱਕ ਰਾਈਮ ਦੇ ਨਾਲ ਵੀ ਯਾਦ ਕਰ ਸਕਦੇ ਹਾਂ। ਕਿੱਦਾਂ ਦੇਖੋ ਆਪਣੇ ਕੋਲ ਇੱਕ ਸਿੰਪਲ ਜੀ ਰਾਈਮ ਹੁੰਦੀ ਆ ਜਿਹਦੇ ਵਿੱਚ ਆਪਾਂ ਕੀ ਲਿਖਦੇ ਹੁੰਦੇ ਆ ਪੰਡਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ। ਪੰਡਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ। ਤਾਂ ਇਹਦਾ ਬਣ ਜਾਣਾ ਆਪਣੇ ਕੋਲੇ ਸਾਈਨ ਥੀਟਾ, ਇਹਦਾ ਬਣ ਜਾਣਾ ਆਪਣੇ ਕੋਲੇ cos ਥੀਟਾ ਐਂਡ ਇਹਦਾ ਆਪਣੇ ਕੋਲੇ ਬਣ ਜਾਂਦਾ ਹੁੰਦਾ tan ਥੀਟਾ। ਤਾਂ ਇਹਦਾ ਮਤਲਬ ਹੁਣ ਆਪਣੇ ਕੋਲੇ P/H ਸੀ ਤਾਂ ਆਪਾਂ ਇੱਥੋਂ ਦੇਖ ਲਿਆ ਕਿ ਸਾਈਨ ਥੀਟਾ ਵਾ। ਇਹਦਾ ਮਤਲਬ ਜਿਹੜਾ ਫਸਟ ਉਹ B ਦੇ ਨਾਲ ਆਪਾਂ ਮੈਚ ਕਰਾਂਗੇ। ਸਾਈਡ ਐਡਜੈਸੈਂਟ ਟੂ ਐਂਗਲ ਥੀਟਾ, ਐਡਜੈਸੈਂਟ ਦਾ ਮਤਲਬ B ਦੀ ਗੱਲ ਕਰ ਰਹੇ ਆ, ਬੇਸ ਦੀ ਗੱਲ ਕਰ ਰਹੇ ਆ ਐਂਡ ਹਾਈਪੋਟੇਨਿਊਜ਼ ਦੀ ਗੱਲ ਕਰ ਰਹੇ ਆ। B/H ਆਪਣੇ ਕੋਲੇ cos ਵਿੱਚ ਹੁੰਦਾ, ਇਟ ਮੀਨਸ ਕਿ ਆਪਣੇ ਕੋਲੇ cos ਥੀਟੇ ਦੀ ਇਕੁਅਲ ਹੋਊਗਾ, ਤਾਂ ਆਪਣੇ ਕੋਲੇ ਇਹਨੂੰ C ਦੇ ਨਾਲ ਮੈਚ ਕਰਾਂਗੇ। ਅੱਗੇ ਉਹਨੇ ਕਿਹਾ ਸਾਈਡ ਆਪੋਜ਼ਿਟ ਟੂ ਐਂਗਲ ਥੀਟਾ। ਸਾਈਡ ਆਪੋਜ਼ਿਟ ਟੂ ਐਂਗਲ ਥੀਟਾ ਮਤਲਬ ਪਰਪੈਂਡੀਕੂਲਰ ਦੀ ਗੱਲ ਕੀਤੀ, ਆਪੋਜ਼ਿਟ ਦਾ ਮਤਲਬ ਪਰਪੈਂਡੀਕੂਲਰ। ਸਾਈਡ ਐਡਜੈਸੈਂਟ, ਸਾਈਡ ਐਡਜੈਸੈਂਟ ਦਾ ਮਤਲਬ ਉਹਨੇ
अपने कोले बेस की गल की हुई है तो बेस लिखांगे परपेंडिकुलर बाय बेस। जेकर आप देखिए तो मेरे को टैन थीटा होंदा तो यदा मतलब कि ये अपने को किहदे नाल मैच होऊगा, ए दे नाल मैच होऊगा। तुसीं इसनूं सिंपली इत्थों देख सकते हो। तो ये अपने को एक मैचेस सी जिसनूं आपां इत्थे सॉल्व कर लिया। एंड इहदे नाल दी जिहड़ी एक होर मैचेस आ मैं तुहानूं देखो इत्थे साइड दे उपर दित्ती हुई आ, तुसीं इसनूं खुद सॉल्व करना एंड नोटबुक उपर सॉल्व करके इसनूं ग्रुप दे विच सेंड करना। अगे इस तो बाद नैक्सट सम आपां देखदे हां। इन अ गिवन फिगर इफ ए बी इज इक्वल टू 14 सेंटीमीटर दैन फाइंड दी वैल्यू ऑफ अ टैन बी। टैन बी की वैल्यू कैलकुलेट करने वास्ते क्या, देखो इत्थे अपने को बी एंगल बनता तो जेकर मैं ट्रायंगल नूं बनावां तो मेरे को एक छोटी जी ट्रायंगल उपर वाली बनूगी। तो वो ट्रायंगल अपने को की बनूगी, देखो ध्यान दे नाल। तो अपने को ई पॉइंट आ, इत्थे अपने को बी पॉइंट आ एंड डी पॉइंट आ। मैं सारी ट्रायंगल नहीं बनाई, मैं सिर्फ उपर उपर वाली ट्रायंगल बनाई है क्योंकि आपां नूं सिर्फ उहदे कोई लोड आ। तो इत्थे अपने को बी बन रहा वा। जेकर बी बन रहा तो बी दे जिहड़ी बिल्कुल नाल वाली साइड हुंदी है मेरे को की हुंदा बेस हुंदा एंड इस दे जिहड़ी सामने वाली साइड हुंदी है एंगल दे वो परपेंडिकुलर हुंदा एंड ये मेरे को हाइपोटेन्यूज सब तो लॉन्गेस्ट साइड हुंदी है। तो उन्हें आपां नूं कैलकुलेट करने वास्ते क्या वा, टैन बी कैलकुलेट करो। जेकर टैन बी कैलकुलेट करांगे तो टैन का फॉर्मूला हुंदा परपेंडिकुलर बाय बेस। तो इत्थे परपेंडिकुलर मेरे को कितना वा, परपेंडिकुलर मेरे को डी ई आ एंड जिहड़ा बेस आ मेरे को वो हैगा वा बी ई। तो हुण मैं टैन बी कैलकुलेट करना वा। जेकर मैं टैन बी कैलकुलेट करना इट मीनस मैं की कैलकुलेट करना डी ई डिवाइडेड बाय बी ई। तो इनू मैं कैलकुलेट करूँगा इतों। देखो डी ई की वैल्यू इतने गिवन आ नहीं गिवन गी कि बी ई की वैल्यू गिवन आ, गिवन तो नहीं गी बट मैं फाइंड जरूर कर सकता। देखो मेरे को सारी ए बी की वैल्यू गिवन आ, सारी ए बी की वैल्यू मेरे को कितनी आ 14 आ। इट मीनस कि जेकर मेरे को 5 डिग्री आ तो 5 सेंटीमीटर आ तो इट मीनस ये भी मेरे को 5 सेंटीमीटर होगा। जेकर मेरे को 5 सेंटीमीटर आ तो फिर उपर वाला मेरे को 9 सेंटीमीटर होगा। तो इट मीनस कि यदी वैल्यू तो मैनू पता वा, यदी वैल्यू मेरे को कितनी आ गई 9 सेंटीमीटर। बट मेरे को जी वैल्यू मैनू चाहिए वो चाहिए आ डी ई की वैल्यू। वो किवें कैलकुलेट करांगे, देखो मेरे को इत्थे 13 डिग्री दिता होया। जेकर मैं थल्ले वाली ट्रायंगल बनावां, जेकर मैं इत्थे ट्रायंगल बनावां तो ये मेरे को 13 सेंटीमीटर दिता होया। परपेंडिकुलर इहदा मेरे को 5 सेंटीमीटर दिता होया। तो जेकर मैं साइड फाइंड आउट करूँगा 12 सेंटीमीटर ही आऊगा। कादों आऊगा क्योंकि मैनू पता वा कि ट्रिग्नोमैट्रिक ट्रिपलेट मैनू याद आ 5 12 के नाल 13 ही आउंदा हुंदा वा। बट फिर भी जेकर तुहानू नहीं पता, नहीं इहदा आंसर आउंदा, तुसीं कैलकुलेट कर सकते हो। तो हाइपोटेन्यूज का स्क्वेयर आऊगा मेरे को 169 इज इक्वल टू मेरे को बेस का स्क्वेयर होगा डी ई का स्क्वेयर एंड जिहड़ा परपेंडिकुलर है मैं जो स्क्वेयर करूँगा पाइथागोरस ला के तो 25 आ जाऊगा। इनू मैं इस साइड के उपर लैके जाऊँगा माइनस करूँगा तो 144 आऊगा। मेरे को बन जाना डी ई का स्क्वेयर। दोनों साइड के उपर जो मैं स्क्वेयर रूट लाऊंगा तो यदि मैं माइनस वाली वैल्यू इग्नोर करके तो प्लस वाली वैल्यू 12 ले लूँगा एंड वो मेरे को डी ई आ जाऊगा। तो मैं डी ई इदा भी कैलकुलेट कर सकता। बाकी मैनू जो पता वा ट्रिपलेट इन्हां बारे तो उतों मैं 12 सिंपली भी लिख सकता। तो जेकर मेरे को ए सी 12 वाइट मीनस कि मेरे को डी ई भी 12 भी होगा तो इतने मेरे को बन जाना 12 सेंटीमीटर। तो इतने मैं यदि वैल्यू पुट करूँगा। डी ई की वैल्यू जेकर देखिए तो मेरे को कितनी आ गई 12 एंड बी ई की वैल्यू देखिए तो मेरे को 9। मैं इतने कैंसल आउट कर लूँगा, 3 से कैंसल आउट किया 4 एंड 3 तो आंसर मेरे को बन गया फिर 4/3। इट मीनस कि जो मेरे को ए आंसर आओ कि इतने करैक्ट आंसर आएगा। चलो अगे देखते हैं। देखो अगे जेडे मैं लिखिया होया वे इत्थे उहदे वास्ते की आ कि सम इहदे विच इनकलूड नहीं कीते बट तुहाडी प्रैक्टिस दे लई मैं ये जरूर लिखता इत्थे कि 8.4 एक्सरसाइज है जिहड़ी अपने कोले 8.4 एक्सरसाइज आ उहदे विच की आ उहदा जिहड़ा फर्स्ट सम एंड सैकेंड सम आ उसनूं तुसीं नोटबुक दे उपर सॉल्व करना। फर्स्ट एंड सैकेंड सम नूं तुसीं नोटबुक उपर सॉल्व करना एंड उसनूं जरूर अपना जिहड़ा ग्रुप उहदे सेंड करना क्योंकि बहुत ज़्यादा इंपॉर्टेंट है इसका। जेकर आप MCQ की गल करिए तो इस जो 8.4 का फर्स्ट एंड सैकेंड सम बहुत ज़्यादा इंपॉर्टेंट आ। उसनूं तुसीं खुद सॉल्व करना एंड वो सॉल्व करने वास्ते इत्थे मैं लिखिया होया है जो MCQ मैं इनकलूड नहीं किए। तो ये अपने को अज की वीडियो सी 8th चैप्टर के रिगार्डिंग। इस तो बाद अगे आप नैक्सट वीडियो लैके आवांगे। जेकर वीडियो चंगी लगी है तो इसनूं अपने दोस्तों नाल शेयर जरूर करा करो, नाल दी नाल लाइक भी करा करो एंड कमेंट बॉक्स के टाइप करके जरूर दस्या करो किदां दी वीडियो लगी एंड जेकर तुहाडी कोई सजैशन रिकमेंडेशन हुंदी है तो वो भी सेंड कर दिया करो ताकि नैक्सट वीडियो में आप इसनूं होर इंप्रूव कर सकीए।